ਸ਼੍ਰੀ ਅਕਾਲ ਜੀ। ਦਿਨ ਸੋਮਵਾਰ ਮੈਂ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਪੰਜਾਬੀ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ। ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀ ਪਹਿਲੀ ਖਬਰ ਤੇ। ਕਪੂਰੀ ਗੇਟ ਪੀਰਾਂ ਦੀ ਜਗ੍ਹਾ ਲਾਗੇ ਅਤੇ ਅਟੇਰੀਆਂ ਮੁਹੱਲਾ ਬਟਾਲਾ ਵਿਖੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਵਿਕ ਰਿਹਾ ਹੈ। ਇਸ ਦੀ ਇਤਲਾ ਪੁਲਿਸ ਬਾਰ ਮੁਹੱਲਾ ਨਿਵਾਸੀਆਂ ਵੱਲੋਂ ਲਿਖਤੀ ਰੂਪ ਵਿੱਚ ਦਿੱਤੀ ਗਈ ਸੀ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬੀਤੇ ਦਿਨ ਜਦੋਂ ਵਰੁਣ ਕੌੜਾ ਨਾਮਕ ਮੁੰਡਾ ਸ਼ਰੇਆਮ ਗਲੀ ਵਿੱਚ ਨਸ਼ਾ ਵੇਚ ਰਿਹਾ ਸੀ ਤਾਂ ਗਲੀ ਦੇ ਵਿੱਚ ਇੱਕ ਵਿਅਕਤੀ ਰਜੇਸ਼ ਮਰਵਾਹਾ ਵੱਲੋਂ ਉਸ ਨੂੰ ਰੋਕਿਆ ਗਿਆ ਤੇ ਵਰੁਣ ਨੇ ਆਪਣੀ ਜੇਬ ਵਿੱਚੋਂ ਕਿਰਚ ਕੱਢ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਭੱਜ ਗਿਆ, ਜਿਸ ਦੀ ਲਿਖਤੀ ਰੂਪ ਵਿੱਚ ਮੁਹੱਲਾ ਨਿਵਾਸੀਆਂ ਨੇ ਸਿਟੀ ਥਾਣੇ ਡੀਐਸਪੀ ਦਫ਼ਤਰ ਨੰਬਰ 112 'ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। इस बंदे ने पहले चैनी लाई महल्ले ये आ गए ने, इन्होंने मदद की चैनी भी इन्हें स्नैच इन्हें की इस बंदे ने इन्हें महल्ले च गंद पाया ना इन्ना ज़्यादा भी कुछ कहने की हद नहीं। सारा महल्ला दुखी है, कुड़ियां घर इन्होंने आंदियां है, सारे सारा आंढ गुआंढ दुखी है। इन्हों को भी जीना हराम किया इन्होंने सारे महल्ले का। दिमाग में हिल वजी 2 दिन पहले मेरे पे इन्हें अटैक किया, इन्हें मेरे पे अटैक किया, इन्हें मैंने मारन की कोशिश की। वो परमात्मा की कृपा नाल भी असीं इन्हूं फड़ लिया, इहदे कोल छुरी खोली असीं नहीं तो इन्हें भी सानूं भी इंजरी कर देनी कोई सीरीयस। तेज रफ्तार ने लई मां पुत दी जान। ਅੰਮ੍ਰਿਤਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਹੋਇਆ ਦਰਦਨਾਕ ਸੜਕੀ ਹਾਦਸਾ। ਬਟਾਲਾ ਦੇ ਨੇੜਲੇ ਪਿੰਡ ਤੀਰਾ ਵਿਖੇ ਅੱਜ ਸ਼ਾਮ ਇੱਕ ਮੋਟਰਸਾਈਕਲ ਅਤੇ ਕਾਰ ਦੀ ਹੋਈ ਟੱਕਰ। ਉੱਥੋਂ ਹੀ ਮੋਟਰਸਾਈਕਲ ਤੇ ਸਵਾਰ ਜਾ ਰਹੇ ਮਾਂ ਪੁੱਤ ਗੁਰਸਾਹਿਬ ਸਿੰਘ 17 ਸਾਲ, ਮਾਂ ਪਰਮਜੀਤ ਕੌਰ ਜੋ ਗੁਰਦੁਆਰਾ ਹੋਠੀਆਂ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸਨ, ਇਸ ਮੌਕੇ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਮਾਂ ਪੁੱਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਵਿੱਚ ਸੀ। ਉਲਟ ਸਾਈਡ ਤੋਂ ਕਾਰ ਵੱਲੋਂ ਮੋਟਰਸਾਈਕਲ ਨੂੰ ਪਿੱਛੋਂ ਦੀ ਟੱਕਰ ਮਾਰੀ ਗਈ। ਬਹਰਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਭਾਜੀ ਅਜੇ ਘਰੋਂ ਆਪਣੀ ਚੱਲ ਕੇ ਆਪਣੇ ਗੁਰਦਾ ਸਾਹਿਬ ਜਾ ਰਹੇ ਨੇ, ਹਾਈਵੇ ਚੜ੍ਹ ਰਹੇ ਨੇ ਉੱਪਰ, ਅਜੇ ਟੀ ਪੁਆਇੰਟ ਦੇ ਉੱਪਰ ਚੜ੍ਹ ਰਹੇ ਨੇ, ਆਪਣੀ ਸਾਈਡ ਬਿਲਕੁਲ ਜਾ ਰਹੇ ਨੇ। ਅੰਮ੍ਰਿਤਸਰ ਵੱਲੋਂ ਗੱਡੀ ਬਰੀਜ਼ਾ ਆ ਰਹੀ ਹੈ, ਬਹੁਤ ਜ਼ਿਆਦਾ ਤੇਜ਼ ਆ ਰਹੀ ਹੈ, 120 ਦੀ ਸਪੀਡ 'ਤੇ ਆ ਰਹੀ ਹੈ। ਉਹਨੇ ਕੁਝ ਦੇਖਿਆ ਨਹੀਂ ਹੈਗਾ, ਉਹਨੇ ਰੋਂਗ ਸਾਈਡ ਆ ਕੇ ਇਹਨਾਂ ਨੂੰ ਐਕਸੀਡੈਂਟ ਬਿਲਕੁਲ ਕਰਤਾ ਇਹਨਾਂ ਦਾ। ਇਹ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਨਾਲ ਬਰੀਜ਼ਾ ਗੱਡੀ ਨਾਲ ਦੋਨੋਂ ਸਰ ਮਾਂ ਪੁੱਤਾਂ ਦੀ ਇਹਨਾਂ ਦੀ। ਸਰ ਬੇਟੇ ਦਾ ਨਾਮ ਹੈ ਗੁਰਸਾਹਿਬ ਸਿੰਘ, ਮਦਰ ਦਾ ਨਾਮ ਹੈ ਉਹਦਾ ਪਰਮਜੀਤ ਕੌਰ। ਕਿੱਥੇ ਜਾ ਰਹੇ ਸੀ? ਹੋਠੀਆਂ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ, ਹਰ ਐਤਵਾਰ ਮੱਥਾ ਟੇਕਣ ਜਾਂਦੇ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀਗੇ। ਇਹਨਾਂ ਦੀ ਉਮਰ ਕਿੰਨੀ ਹੈ? ਉਮਰ ਸਾਰੇ ਦੀ ਹੋਏਗੀ ਅਜੇ ਕੋਈ 16-17 ਸਾਲ ਦੇ ਕਰੀਬ ਹੋਏਗਾ ਬੇਟੇ ਦੀ ਗੁਰਸਾਹਿਬ ਦੀ, ਔਰ ਮਾਂ ਦੀ ਹੋਏਗੀ 30-32 ਸਾਲ ਹੋਏਗੀ ਅਜੇ। ਗੁਰਦਾਸਪੁਰ ਦੇ ਪਿੰਡ ਦਿਆਲਗੜ੍ਹ ਦੀ ਰਹਿਣ ਵਾਲੀ ਆਸ਼ਾ ਪਿਛਲੇ 4 ਮਹੀਨਿਆਂ ਤੋਂ ਇਲਾਜ ਨਾ ਹੋਣ ਕਰਕੇ ਮੰਜੇ ਤੇ ਪਈ ਹੈ। ਪੀੜਤ ਨੇ ਦੱਸਿਆ ਕਿ ਉਸ ਦੇ ਪਤੀ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੇ ਨਾਲ 5 ਸਾਲਾ ਬੇਟੀ ਰਹਿ ਰਹੀ ਹੈ। ਉਹਨਾਂ ਕਿਹਾ ਕਿ ਇਲਾਜ ਦਾ ਦੂਰ ਦੀ ਗੱਲ, ਉਹਨਾਂ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਹੈ। ਇਸ ਦੇ ਬਾਰੇ ਉਹਨਾਂ ਭੈਣਾਂ ਭਰਾਵਾਂ ਤੇ NRI ਵੀਰਾਂ ਤੋਂ ਅੱਗੇ ਫਰਿਆਦ ਲਗਾਈ ਹੈ ਕਿ ਉਸ ਦੀ ਮਦਦ ਕੀਤੀ ਜਾ ਸਕੇ ਤਾਂ ਜੋ ਉਸ ਦਾ ਇਲਾਜ ਹੋ ਸਕੇ। ਹਾਂਜੀ ਮੇਰੇ ਪੱਥਰੀਆਂ ਆਈਆਂ ਜੀ ਤੇ ਹੋਰ ਇਹੋ ਚਾਹੁੰਦੀ ਵੀ ਬਸ ਮੇਰਾ ਕੋਈ ਇਲਾਜ ਕਰਾ ਦੇ, ਮੇਰੀ ਛੋਟੀ ਜਿਹੀ ਬੇਟੀ ਉਹਨੂੰ ਸਾਂਭ ਸਕਾਂ। ਹਾਂਜੀ ਹੋਰ ਨਹੀਂ ਕੁਛ। ਘਰ ਵਾਲੇ ਹੈ ਨਹੀਂ ਜੀ, ਘਰ ਵਾਲੇ ਪੂਰੇ ਹੋ ਗਏ, 3-4 ਸਾਲ ਹੋ ਗਏ ਉਹਨਾਂ ਨੂੰ ਤੇ 4 ਮਹੀਨੇ ਮੈਨੂੰ ਹੋ ਗਏ ਮੰਜੀ ਤੇ ਪਈ। ਤੇ ਉਹ ਬੇਟੀ ਇੱਕੋ ਬੇਟੀ ਹੈ ਤੇ ਉਹ ਵੀ ਚਵਾਰੀ ਇਹਨਾਂ ਦੇ ਸਿਰ ਤੇ ਭਰਾ ਸਾਂਭਦੇ ਮੈਨੂੰ। ਭਰਾਵਾਂ ਕੋ ਆ ਗਈ ਹਾਂ ਮੈਂ ਇੱਥੇ, ਇਹਨਾਂ ਕਮਰਾ ਵੀ ਦਿੱਤਾ ਵਾ, ਕੱਚਾ ਹੈ ਪਰ ਤੇ ਉਹਦੇ 'ਚ ਵੀ ਰਹਿਣ ਦੀ ਬਹੁਤ ਮੁਸ਼ਕਿਲ ਹੈ, ਚੋਂਦਾ ਵਾ ਤੇ ਸਾਡਾ ਕੋਠਾ ਬੜਾ ਮਾੜੇ ਹਾਲਾਤ। ਹੋਰ ਇਹ ਚਾਹੁੰਦੀ ਬਸ ਕੋਈ ਸਾਡੀ ਮਦਦ ਕਰੇ, ਇਲਾਜ ਹੋ ਸਕੇ। ਹਾਂਜੀ ਪੈਸੇ ਬਥੇਰੇ ਲਾਏ ਇਹਨਾਂ ਨੇ ਅੱਗੇ ਚੱਕ। ਹਾਂਜੀ ਨਹੀਂ ਜੀ ਹੋਰ ਨਹੀਂ ਕੋਈ ਵੀ ਆ ਗਾੜੀ ਨਾ ਕੋਈ ਨਹੀਂ ਹੈ, ਬਸ ਰਿਸ਼ਤੇਦਾਰਾਂ ਤੇ ਦਿੱਤੇ ਤੇ ਹੋਰ ਭੈਣ ਭਰਾਵਾਂ ਨੇ ਦਿੱਤੇ ਸਾਰੇ। ਪਿੰਡ ਵਾਲਿਆਂ ਨੇ ਕਿਸੇ ਨੇ ਸਾਡੀ ਬਾਂਹ ਫੜੀ ਕੇ ਇਹਨੇ ਸਾਨੂੰ ਦਿੱਤੇ ਨੇ ਕੁਛ ਵੀ ਗਏ ਵੀ। ਫਿਰ ਬੱਚੀ ਇਹ ਵਾ ਵੀ ਮੰਜੇ ਤੇ ਪਈ ਆ ਤੇ ਬਹੁਤ ਮੁਸ਼ਕਿਲ ਆ ਤੇ ਦਵਾਈ ਦਾਰੂ ਵੀ ਦਿੱਤਾ ਸੀ ਤੇ ਹੁਣ ਸਾਡੇ ਕੋਲ ਵੀ ਨਹੀਂ ਪੈਸਾ ਹੈਗਾ। ਹੁਣ ਇੱਕ ਕਿਤੇ ਨਹੀਂ ਖੜੀ ਤੇ ਨਾ ਕਿਤੇ ਦਵਾਈ ਆਂਦੀ ਤੇ ਛੋਟੀ ਜੀ ਬੇਟੀ ਆ ਤੇ ਬੇਟੀ ਨੂੰ ਇਹ ਕਹਿੰਦੇ ਵੀ ਮਾਂ ਠੀਕ ਹੋਏ ਤੇ ਆਪਣੀ ਬੇਟੀ ਨੂੰ ਸਾਂਭੇ, ਸਾਡੇ ਕੋਲ ਨਹੀਂ ਸਾਂਭੀ ਜਾਂਦੀ। ਦੋਵੇਂ ਮਾਵਾਂ ਧੀਆਂ ਬਹੁਤ ਮੁਸ਼ਕਿਲ ਆ, ਫੜ ਕੇ ਉਹਨੂੰ ਪਰੇ ਕਰੀਦਾ, ਫੜ ਕੇ ਮੰਜੀ ਤੇ ਪਾਈਦਾ, ਫੜ ਕੇ ਠਾਲੀ ਦਾ ਤੇ ਬਹੁਤ ਮੁਸ਼ਕਿਲ ਆ। ਸਾਡੇ ਇਹੋ ਹੀ ਆ ਵੀ ਕੋਈ ਉਹ ਬੱਚੀ ਦੀ ਮਦਦ ਕਰੇ ਤੇ ਉਹਦਾ ਇਲਾਜ ਹੋ ਸਕੇ
ਤੇ ਪ੍ਰਮਾਤਮਾ ਬਹੁਤ ਕੁਛ ਦੇਵੇ, ਸਭ ਦੀ ਆਸ ਤੇ ਮੁਰਾਦ ਪੂਰੀ ਕਰੇ ਤੇ ਬੜਾ ਕੁਛ ਦੇਗਾ ਪ੍ਰਮਾਤਮਾ। ਜੇ ਬੱਚੀ ਦਾ ਇਲਾਜ ਵਾਸਤੇ ਕੋਈ ਮਦਦ ਕਰੂ ਉਹਨੂੰ ਪ੍ਰਮਾਤਮਾ ਦੂਣਾ ਦੇਗਾ। ਰਿਸ਼ਤੇਦਾਰਾਂ ਕੋ ਵੀ ਥੋੜੇ ਥੋੜੇ ਲੈ ਕੇ ਵਰਤ ਲਏ ਤੇ ਜਿਹੜੇ ਸਾਡੇ ਵੀ ਆਪਣੇ ਇੱਥੋਂ ਪਰਿਵਾਰ ਸੀ ਉਹਨਾਂ ਕੋ ਵੀ ਲੈ ਕੇ ਵਰਤ ਲਏ। ਹੋਰ ਸਾਨੂੰ ਕੋਈ ਮੈਂਬਰ, ਕੋਈ ਸਰਪੰਚ, ਕੋਈ ਪਿੰਡ ਦੇ ਵਿੱਚ ਮਦਦ ਨਹੀਂ ਕੀਤੀ ਸਾਡੀ। ਦੇਸ਼ ਭਰ ਵਿੱਚ ਪਲਾਸਟਿਕ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਨਗਰ ਨਿਗਮ ਘਰਾਂ ਤੋਂ ਨਿਕਲਣ ਵਾਲੇ ਪਲਾਸਟਿਕ ਅਤੇ ਕਚਰੇ ਨਾਲ ਹੁਣ ਸੜਕ ਦਾ ਨਿਰਮਾਣ ਕਰਵਾਉਣ ਦਾ ਫੈਸਲਾ ਕੀਤਾ ਹੈ। ਗੱਲ ਕਰਦੇ ਹਾਂ ਬਠਿੰਡਾ ਪ੍ਰਸ਼ਾਸਨ ਦੀ, ਜਿੱਥੇ ਇਹ ਪ੍ਰਯੋਗ ਕੀਤਾ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਅੱਜ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਸੰਦੀਪ ਗੁਪਤਾ ਨੇ ਸਾਂਝੀ ਕੀਤੀ। ਤਾਂ ਦੇਖਦੇ ਹੋ ਜਿਹੜੇ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਹੈਗਾ ਪਲਾਸਟਿਕ ਦੇ ਨਾਲ ਜਿਹੜੀਆਂ ਸੜਕਾਂ ਬਣਾਈਆਂ ਗਈਆਂ। ਮੇਰਾ ਨਾਮ ਜੀ ਹਰਪਾਲ ਸਿੰਘ ਢੱਲੋਂ ਹੈ ਜੀ। ਸਾਡਾ ਇਹ ਵਾਰਡ ਨੰਬਰ 8 ਹੈਗਾ। ਜਿਹੜੇ ਸਾਡੇ ਵਾਰਡ ਦੇ ਵਿੱਚ ਜਿਹੜੀ ਇਹ ਪਲਾਸਟਿਕ ਦੀ ਜਿਹਨੂੰ ਆਪਾਂ ਕਹਿ ਸਕਦੇ ਪਲਾਸਟਿਕ ਦੇ ਲਿਫਾਫੇ ਜਿਹੜੇ ਵੇਸਟ ਸੀ ਉਹਨੂੰ ਪਾ ਕੇ ਸੜਕ ਬਣਾਈ ਗਈ ਆ। ਇਹ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕੰਮ ਕੀਤਾ ਗਿਆ ਹੈਗਾ। ਇਹ ਪਹਿਲਾ ਹੀ ਬਠਿੰਡੇ ਦੇ ਵਿੱਚ ਕੰਮ ਆ ਤੇ ਅਸੀਂ ਧੰਨਵਾਦੀ ਹਾਂ ਸਾਡੇ ਕਮਿਸ਼ਨਰ ਸਾਹਿਬ ਪੱਲਵੀ ਦੇ, ਜਿਨ੍ਹਾਂ ਨੇ ਮੇਰੇ ਵਾਰਡ ਨੂੰ ਚੁਣ ਕੇ ਇੱਥੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਜਾਂ ਆਪਾਂ ਕਹਿ ਸਕਦੇ ਇੱਕ ਸ਼ੁਰੂਆਤ ਕੀਤੀ ਗਈ ਆ ਇਸ ਪ੍ਰੋਜੈਕਟ ਦੀ, ਜਿਹਦੇ ਵਿੱਚ ਪਲਾਸਟਿਕ ਦੇ ਲਿਫਾਫੇ ਜਿਹੜਾ ਰॉ ਮਟੀਰੀਅਲ ਸੀ ਉਹ ਜੋ ਕਿ ਚਲਾਨ ਕੱਟ ਕੇ ਨਗਰ ਨਿਗਮ ਵੱਲੋਂ ਪਹਿਲਾਂ ਇਕੱਠੇ ਕੀਤੇ ਗਏ ਸੀ। ਜਦੋਂ ਸਰਕਾਰ ਵੱਲੋਂ ਇਹ ਤੇ ਮਨਾਹੀ ਕੀਤੀ ਗਈ ਸੀ ਪਲਾਸਟਿਕ ਵਰਤਿਆ ਨਹੀਂ ਜਾਣਾ, ਉਹ ਦੁਕਾਨਾਂ ਤੋਂ ਚਲਾਨ ਕੱਟ ਜਿਹੜਾ ਪਲਾਸਟਿਕ ਇਕੱਠਾ ਕੀਤਾ ਗਿਆ ਸੀ ਉਹਨੂੰ ਲੋਕਾਂ ਦੇ ਤੌਰ ਤੇ ਜਿਹੜੀ ਵਰਤੋਂ ਕਰਕੇ ਇਹਦੀ ਵਰਤੋਂ ਕੀਤੀ ਗਈ ਹੈ। ਇਹਦੇ ਨਾਲ ਜਿਹੜੀਆਂ ਸਾਡੀਆਂ 3-4 ਗਲੀਆਂ ਬਣਾਈਆਂ ਗਈਆਂ ਜੋ ਅੱਜ ਦੀ ਡੇਟ 'ਚ ਬਹੁਤ ਵਧੀਆ ਬਣੀਆਂ। ਤੇ ਸਾਡੇ ਜਿਹੜੇ ਇੰਜੀਨੀਅਰ ਸਾਹਿਬ ਸੀ, ਕਮਿਸ਼ਨਰ ਆਪਣੇ ਜੇਈ ਸਾਹਿਬ, ਐਸਡੀਓ ਸਾਹਿਬ, ਉਹਨਾਂ ਦੇ ਜਿਹੜੇ ਉਹ ਦੱਸਣ ਦੇ ਅਨੁਸਾਰ ਵੀ ਇਹ ਜਿਹੜੀ ਆਪਣੀ ਲੁੱਕ ਦੇ ਨਾਲ ਇਹ ਸੜਕ ਬਹੁਤ ਜਿਹੜੀ ਸਸਤੀ ਬਣੀ ਹੋਈ ਆ। ਇਹਦੀ ਜਿਹੜੀ ਏਜ ਵੀ ਆ ਉਸ ਤੋਂ ਜ਼ਿਆਦਾ ਚੱਲੂਗੀ ਤੇ ਇਹ ਬਹੁਤ ਵਧੀਆ ਬਣੂਗੀ। ਮੈਂ ਦੱਸ ਦਿੰਦਾ ਕੀ ਹੋਇਆ ਜੀ। ਐਕਚੁਅਲੀ 17 ਸਤੰਬਰ ਨੂੰ ਇੰਜੀਨੀਅਰਸ ਡੇ ਸੀਗਾ ਜੀ, ਤੇ ਆਮ ਤੌਰ 'ਤੇ ਰਵਾਇਤ ਇਹ ਸੀ ਚਾਹ ਪਾਰਟੀ ਕਰਕੇ ਸਾਰੇ ਇੰਜੀਨੀਅਰਸ ਆਪਣੇ ਆਪਣੇ ਕੰਮ ਲੱਗ ਜਾਂਦੇ ਸੀ। ਐਤਕੀ ਆਈ ਮੇਰੇ ਕੋਲ ਆਏ ਕਿ ਕੀ ਪਲੈਨਿੰਗ ਹੈ, ਤੇ ਜਿਹੜੇ ਐਸਟੀਓ ਸੀ ਯੰਗ, ਮੈਂ ਉਹਨਾਂ ਨੇ ਕਿਹਾ ਯਾਰ ਕੋਈ ਆਪਾਂ ਰਿਵਾਇਤੀ ਸਿਸਟਮ ਰੂਲ ਕਰੀ ਜਾਂਦੇ ਹਾਂ, ਫਿਰ ਚਲੇ ਜਾਂਦੇ ਹਾਂ, ਕੁਛ ਪ੍ਰੈਜੈਂਟੇਸ਼ਨ ਵਗੈਰਾ ਦਿਓ ਕਿਸੇ ਇੰਜੀਨੀਅਰਿੰਗ ਟੌਪਿਕ 'ਤੇ। ਇੱਕ ਉਹਨਾਂ ਨੇ ਪ੍ਰੈਜੈਂਟੇਸ਼ਨ ਤਿਆਰ ਕੀਤੀ ਸੀ ਤੇ ਉਹ ਮਾਨਯੋਗ ਕਮਿਸ਼ਨਰ ਸਾਹਿਬ ਦੇ ਪ੍ਰੈਜ਼ੈਂਸ ਦੇ ਵਿੱਚ ਉਹਨੇ ਪ੍ਰੈਜੈਂਟੇਸ਼ਨ ਦਿਖਾਈ ਕਿ ਅਸੀਂ ਇਸ ਤਰ੍ਹਾਂ ਪਲਾਸਟਿਕ ਦੀ ਵਰਤੋਂ ਕਰ ਸਕਦੇ ਹਾਂ ਸੜਕਾਂ ਦੇ ਨਿਰਮਾਣ ਦੇ ਵਿੱਚ। ਤੇ ਮੈਡਮ ਨੇ ਕਿਹਾ ਠੀਕ ਹੈ, ਕਿਤਾਬਾਂ 'ਚ ਤਾਂ ਸਾਰਾ ਗਿਆਨ ਪਿਆ ਕਿ ਇਹਨੂੰ ਪ੍ਰੈਕਟੀਕਲੀ ਯੂਜ਼ ਕਰੋਗੇ ਦੇ। ਫਿਰ ਅਸੀਂ ਉਹਨਾਂ ਦੀ ਮੋਟੀਵੇਸ਼ਨ ਨਾਲ ਇੱਕ ਟਰਾਇਲ ਲਿਆ, ਜੁਝਾਰ ਸਿੰਘ ਨਗਰ ਗਲੀਆਂ ਬਣਾਈਆਂ 2-3, ਉਹ ਕਾਫੀ ਅੱਛੀ ਬਣੀਆਂ ਨੇ। ਉਹਦੇ ਵਿੱਚ ਟੈਕਨੋਲੋਜੀ ਇਹ ਹੈ ਕਿ ਵੀ ਜਿਹੜਾ ਲੁੱਕ ਹੈ ਉਹ 8% ਘੱਟ ਵਰਤਦੇ ਆ, ਉਹਨਾਂ ਹੀ ਵੇਟ ਜਿਹੜਾ ਉਹ ਪਲਾਸਟਿਕ ਦਾ ਸ਼੍ਰੈਡਡ ਪਲਾਸਟਿਕ ਹੈਗਾ ਸਾਡੇ ਕੋਲ ਇੱਥੇ ਵੇਸਟ ਪ੍ਰੋਸੈਸਿੰਗ ਪਲਾਂਟ ਲੱਗਿਆ ਹੋਇਆ JITF ਦਾ, ਉਹਦੇ ਵਿੱਚੋਂ ਸ਼੍ਰੈਡਡ ਪਲਾਸਟਿਕ ਲਿਆ ਸੀ ਤੇ ਉਹ ਪਾਇਆ ਗਿਆ 8% ਬਾਈ ਵੇਟ, ਤੇ ਅਸੀਂ ਯੂਜ਼ ਕੀਤਾ ਤੇ ਸੋਸ਼ਲ ਮੀਡੀਆ 'ਤੇ ਪਾਤਾ ਮੈਡਮ ਦੇ। ਉਸ ਤੋਂ ਬਾਅਦ ਬਹੁਤ ਲੋਕਾਂ ਨੇ ਇਹਨੂੰ ਪ੍ਰੇਜ਼ ਕੀਤਾ, ਸਾਰੇ ਲਗਭਗ IAS ਆਫੀਸਰਸ ਨੇ, ਮਾਨਯੋਗ ਮੰਤਰੀ ਦਾ ਵੀ ਮੈਨੂੰ ਫੋਨ ਆਇਆ ਸੀ, ਉਹਨਾਂ ਨੇ ਵੀ ਇਸ ਕੰਮ ਦੀ ਕਾਫੀ ਸਰਾਹਨਾ ਕੀਤੀ ਹੈ। ਅਮਰਕੋਟ ਖੇਮਕਰਨ 30 ਅਕਤੂਬਰ ਬਲਜੀਤ ਸਿੰਘ CIA ਸਟਾਫ ਪੱਟੀ ਦੇ ਇੰਚਾਰਜ ਵੱਲੋਂ ਕਸਬਾ ਹਰੀਕੇ ਤੋਂ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਨਾਲ ਕੀਤੀ ਗਈ ਬਦਸਲੂਕੀ ਦੇ ਰੋਸ ਵਿੱਚ ਅੱਜ ਸਮੂਹ ਪੱਤਰਕਾਰ ਭਾਈਚਾਰਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਲਗਾਉਂਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਦੇ ਆਗੂ ਅਤੇ ਪੱਤਰਕਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦ ਤੱਕ ਉਕਤ CIA ਸਟਾਫ ਦੇ ਇੰਚਾਰਜ ਦੇ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਮਾਮਲਾ ਇਹ ਜੀ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕਿਰਪਾਲ ਸਿੰਘ ਰੰਧਾਵਾ ਪੱਤਰਕਾਰ ਹਾਂ। ਪਿਛਲੇ 12 ਸਾਲ ਤੋਂ ਹਰੀਕੇ ਤੋਂ ਆਪਣੀ ਕਲਮ ਦੇ ਨਾਲ ਇਲਾਕੇ ਦੀ ਸੇਵਾ ਕਰ ਰਿਹਾ। ਸਾਡੇ ਹਰੀਕੇ ਪੱਤਣ 20 ਅਕਤੂਬਰ ਨੂੰ ਤੜਕਸਾਰ 2 ਪਤੀ ਪਤਨੀ ਦਾ ਕਤਲ ਹੋਇਆ ਸੀ, ਜਿਸ ਨੂੰ ਟਰੇਸ ਕਰਨ ਦਾ ਅੱਜ ਪੁਲਿਸ ਨੇ ਦਾਅਵਾ ਕੀਤਾ। ਇਸ ਦੇ ਸੰਬੰਧੀ ਸਾਰੀ ਖਬਰ ਦੇਣ ਲਈ ਮੈਨੂੰ ਅੱਜ ਹਰੀਕੇ ਪੁਲਿਸ ਨੇ ਇੱਥੇ ਸੱਦਿਆ। ਮੈਂ ਪਹਿਲੇ ਗੇਟ ਤੋਂ ਲੰਘ ਕੇ ਜਦੋਂ ਦੂਸਰੇ ਗੇਟ ਤੇ ਗਿਆ ਤੇ ਜਾ ਕੇ ਕੀ ਵੇਖਿਆ ਕਿ CIA ਦਾ ਇੰਚਾਰਜ ਬਿੰਦਰਜੀਤ ਸਿੰਘ 2 ਔਰਤਾਂ ਦੀ ਕੁੱਟਮਾਰ ਕਰ ਰਿਹਾ, ਅਣਮਨੁੱਖੀ ਤਸ਼ੱਦਦ ਉਹਨਾਂ ਤੇ ਕਰ ਰਿਹਾ, ਜਿਹਨੂੰ ਮੈਂ ਵੇਖ ਕੇ ਫਿਰ ਵੀ ਪਿੱਛੇ ਹਟ ਗਿਆ। ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਵੇਖ ਕੇ ਗੇਟ ਤੋਂ ਬਾਹਰ ਆ ਕੇ ਮੈਨੂੰ ਕਹਿੰਦਾ ਜੀ ਤੁਸੀਂ ਕੌਣ? ਮੈਂ ਦੱਸਿਆ, ਮੈਂ ਕਿਹਾ ਮੈਂ ਪੱਤਰਕਾਰ ਹਾਂ ਤੇ ਮੈਨੂੰ ਤੁਹਾਡੇ ਸੀਨੀਅਰ ਅਫਸਰਾਂ ਨੇ ਬੁਲਾਇਆ। ਮੈਨੂੰ ਕਹਿੰਦਾ ਤੁਸੀਂ ਗੇਟ ਤੋਂ ਬਾਹਰ ਹੋ ਜਾਓ, ਜਦੋਂ ਤੁਹਾਡੀ ਲੋੜ ਪਈ ਉਦੋਂ ਤੁਹਾਨੂੰ ਬੁਲਾ ਲਵਾਂਗੇ। ਇੰਨੀ ਅਜੇ ਗੱਲ ਸਾਡੀ ਹੁੰਦੀ ਪਈ ਆ ਤੇ ਮੁੱਖ ਮੁੰਸ਼ੀ ਹਰਵਿੰਦਰ ਸਿੰਘ ਸੰਧੂ ਆਏ ਤਾਂ ਉਹਨਾਂ ਨੇ ਦੱਸਿਆ ਜੀ ਇਹ ਪੱਤਰਕਾਰ ਆ ਤੇ ਇਹਨਾਂ ਨੇ ਅੰਦਰ ਜਾਣਾ ਵੱਡੇ ਅਫਸਰਾਂ ਦੇ ਕੋਲੇ। ਕਹਿੰਦਾ ਨਹੀਂ, ਇਹਨਾਂ ਨੂੰ ਗੇਟ ਤੋਂ ਬਾਹਰ ਕੱਢੋ, ਜਦੋਂ ਮੇਰੀ ਇਜਾਜ਼ਤ ਹੋਊਗੀ ਮੈਂ ਇਹਨਾਂ ਨੂੰ ਬੁਲਾਊਂਗਾ। ਵੱਡੇ ਅਫਸਰ ਕੌਣ ਹੁੰਦੇ ਇਹਨਾਂ ਨੂੰ ਬੁਲਾਉਣ ਵਾਲੇ? ਇੰਨੀ ਗੱਲ ਸੁਣ ਕੇ ਜਦੋਂ ਮੈਂ ਮਾਮਲਾ ਆਪਣੇ ਸੀਨੀਅਰ ਪੱਤਰਕਾਰ ਯੂਨੀਅਨ ਦੇ ਭਰਾਵਾਂ ਦੇ, ਕਿਸਾਨ ਜਥੇਬੰਦੀਆਂ ਦੇ, ਵੱਖ-ਵੱਖ ਸੰਘਰਸ਼ੀ ਆਗੂਆਂ ਦੇ ਧਿਆਨ ਵਿੱਚ ਲਿਆਂਦਾ,
ਉਹਨਾਂ ਨੇ ਥਾਣੇ ਇਕੱਠ ਕੀਤਾ। ਇਕੱਠ ਕਰਕੇ ਅਸੀਂ ਡੀਐਸਪੀ ਦੀ ਹਾਜ਼ਰੀ ਦੇ ਵਿੱਚ ਉਸ ਬੰਦੇ ਨੂੰ ਪੁੱਛਿਆ ਗਿਆ। ਖੁਦ ਡੀਐਸਪੀ ਸਾਹਿਬ ਨੇ ਇਹ ਗੱਲ ਪੁੱਛੀ ਆ ਕਿ ਭਾਈ ਤੂੰ ਪੱਤਰਕਾਰ ਭਾਈਚਾਰੇ ਨਾਲ ਇਸ ਤਰ੍ਹਾਂ ਮਾੜਾ ਚੰਗਾ ਕਿਉਂ ਬੋਲਦਾ ਹੈ। ਉਸ ਬੰਦੇ ਨੇ ਡੀਐਸਪੀ ਦੀ ਵੀ ਪਰਵਾਹ ਨਹੀਂ ਕੀਤੀ, ਅੱਗੋਂ ਉਹਨੂੰ ਕਹਿੰਦਾ ਜਿਹੜੀ ਮੇਰੇ ਤੇ ਕਾਰਵਾਈ ਬਣਦੀ ਆ ਕਰ ਦਿਓ, ਮੈਂ ਪੰਜਾਬ ਦਾ ਖੱਬੀ ਖਾਨ ਇੰਸਪੈਕਟਰ ਆ, ਸਭ ਤੋਂ ਵੱਧ ਅੱਜ ਤੱਕ ਹੈਰੋਇਨ ਮੈਂ ਫੜੀ ਆ। ਹਾਲਾਂਕਿ ਉੱਥੇ ਬੈਠੇ ਕਿਸਾਨ ਆਗੂਆਂ ਨੇ ਇਹ ਵੀ ਪੁੱਛਿਆ, ਕਿਸਾਨ ਆਗੂਆਂ ਨੇ ਵੀ ਗੱਲ ਕੀਤੀ ਆ ਵੀ ਜੇ ਤੂੰ ਸਭ ਤੋਂ ਵੱਧ ਹੈਰੋਇਨ ਫੜ ਲਈ ਤੇ ਜਿਹੜੀ ਅੱਜ ਵਿਕਦੀ ਆ ਉਹ ਕਿੱਥੋਂ ਆਉਂਦੀ ਆ। ਕਹਿੰਦਾ ਉਹ ਮੇਰੀ ਮਰਜ਼ੀ, ਮੈਂ ਜਿੱਥੋਂ ਮਰਜ਼ੀ ਲਿਆਵਾਂ, ਜਿੱਦਾਂ ਮਰਜ਼ੀ ਵੇਚਾਂ। ਹੁਣ ਵੇਖਣ ਵਾਲੀ ਗੱਲ ਇਹ ਹੈ ਵੀ ਇਹ ਸਾਰਾ ਮਾਮਲਾ ਜਦੋਂ ਮੈਂ ਸੀਨੀਅਰ ਆਗੂਆਂ ਦੇ ਧਿਆਨ 'ਚ ਵੀ ਲਿਆਂਦਾ, ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਂਦਾ, ਇਹਨਾਂ ਨੇ ਮੈਨੂੰ ਇਨਸਾਫ ਦਿਵਾਉਣ ਦੀ ਬਜਾਏ ਮੇਰੇ ਤੋਂ ਟਾਲਾ ਵੱਟਿਆ ਤੇ ਮੈਨੂੰ ਭਰੋਸੇ 'ਚ ਲੈ ਕੇ ਰਾਜੀਨਾਮੇ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਲੈ ਕੇ ਅਸੀਂ ਅੱਜ ਸਮੂਹ ਪੱਤਰਕਾਰ ਭਾਈਚਾਰਾ, ਕਿਸਾਨ ਆਗੂ, ਸੰਘਰਸ਼ੀਲ ਲੋਕ, ਸਮਾਜ ਦੇ ਦਰਦਮੰਦ ਲੋਕਾਂ ਨਾਲ ਰਲ ਕੇ ਇੱਥੇ ਅਸੀਂ ਧਰਨਾ ਦੇ ਰਹੇ ਹਾਂ, ਜੋ ਇਨਸਾਫ ਮਿਲਣ ਤੱਕ ਜਾਰੀ ਰਹੇਗਾ। ਜਿਸ ਇਨਸਾਨ ਦੇ ਅੰਦਰ ਮੈਲ ਹੋਵੇ ਉਹੀ ਇਨਸਾਨ ਬਹਾਨੇ ਬਣਾਉਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ, ਅੰਮ੍ਰਿਤਸਰ ਵਿੱਚ ਕੀਤਾ। ਉਹ ਅੱਜ ਅੰਮ੍ਰਿਤਸਰ, ਜਿਸ ਇਨਸਾਨ ਦੇ ਅੰਦਰ ਮੈਲ ਹੋਵੇ ਉਹੀ ਇਨਸਾਨ ਬਹਾਨੇ ਬਣਾਉਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਸਰ ਵਿੱਚ ਕੀਤਾ। ਉਹ ਅੱਜ ਅੰਮ੍ਰਿਤਪਾਨ ਸਮੇਂ ਬੋਲ ਰਹੇ ਸਨ। ਉਹਨਾਂ ਕਿਹਾ ਕਿ ਧਰਮ ਦੀ ਖਾਤਰ ਸੀਸ ਵਾਰਨਾ ਹੀ ਸਿੱਖ ਕੌਮ ਦਾ ਸਿਧਾਂਤ ਹੈ। ਉਹਨਾਂ ਕਿਹਾ ਕਿ ਸਭ ਕੁਝ ਗੁਰੂ ਨੇ ਕਰਨਾ ਹੈ ਅਤੇ ਉਸਨੇ 4 ਲਾਲ ਬਾਰ ਦਿੱਤੇ, ਉਸਨੇ ਕਿਸੇ ਦੀ ਪੈਰਵੀ ਦੀ ਗੱਲ ਨਹੀਂ ਕੀਤੀ ਸੀ। ਉਹਨਾਂ ਕਿਹਾ ਕਿ ਸਾਨੂੰ ਅੱਜ ਕੁਰਬਾਨੀਆਂ ਯਾਦ ਕਰਨ ਦੀ ਲੋੜ ਹੈ। ਅੰਮ੍ਰਿਤਧਾਰੀ ਨਹੀਂ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਇਹਨਾਂ ਸਿੱਖਾਂ ਤੋਂ ਸਿੱਖੋ ਵੀ ਗੁਰੂ ਦਾ ਹੁਕਮ ਕਿਵੇਂ ਮੰਨੀਦਾ। ਗੁਰੂ ਦਾ ਹੁਕਮ ਜਦੋਂ ਮੰਨੀਦਾ ਉਦੋਂ ਬਹਾਨੇ ਨਹੀਂ ਬਣਦੇ ਹੁੰਦੇ। ਉਦੋਂ ਕੋਈ ਇਹ ਕਹਿੰਦਾ ਵੀ ਨਹੀਂ ਮੈਂ ਅਗਲੀ ਵਿਸਾਖੀ ਤੇ ਛਕੂੰਗਾ ਜੀ, ਨਹੀਂ ਮੈਂ ਉਹ ਤੋਂ ਅਗਲੀ ਤੇ ਛਕੂੰਗਾ, ਮੈਨੂੰ ਆਹ ਨਹੀਂ ਮਿਲ ਰਿਹਾ, ਮੈਂ ਆਹ ਨਹੀਂ ਪੂਰਾ ਇਸ ਪਾਸਿਓਂ, ਮੈਂ ਨਿਤਨੇਮ ਸਿੱਖ ਰਿਹਾ। ਇਹ ਸਾਰਾ ਕੁਝ ਸਾਡੇ ਬਹਾਨਿਆਂ 'ਚ ਆਉਂਦਾ। ਬਹਾਨੇ ਅਸੀਂ ਕਦੋਂ ਬਣਾਉਂਦੇ ਆ? ਜਦੋਂ ਅੰਦਰ ਮੈਲ ਹੋਵੇ। ਜਿਹੜੇ ਮਨੁੱਖ ਦੇ ਅੰਦਰ ਮੈਲ ਆ ਉਹ ਬਹਾਨੇਬਾਜ਼ੀ ਕਰਨ ਲੱਗ ਪੈਂਦਾ। ਜੇ ਅਮਲੀ ਨੂੰ ਕਹੋ ਨਸ਼ਾ ਛੱਡ ਦੇ, ਉਹ 100 ਬਹਾਨੇ ਦੱਸੂ ਤੁਹਾਨੂੰ ਗਾੜੀਆਂ ਵੀ ਨਹੀਂ ਮੈਂ ਨਹੀਂ ਛੱਡ ਸਕਦਾ, ਮੇਰੀ ਆਹ ਮਜਬੂਰੀ ਹੈ, ਮੈਂ ਇੰਨਾ ਘਟਾ ਦੂੰਗਾ। ਦੇਖੋ, ਜਿਹਨੇ ਗੁਰੂ ਨੂੰ ਚਰਨਾਂ 'ਚ ਸੀਸ ਭੇਟ ਕਰਨਾ ਉਹਨੇ ਤੇ ਕਰ ਦੇਣਾ ਹੈ, ਜਿਹਨੇ ਨਹੀਂ ਕਰਨਾ ਉਹਨੇ ਬਹਾਨੇ ਬਣਾਉਣੇ ਨੇ। ਸੋ ਮੈਂ ਇਸ ਕਰਕੇ ਇੱਥੇ ਆ ਕੇ ਖੜਾ ਸੀ ਵੀ ਇੱਧਰੋਂ ਉਹਨਾਂ ਸਿੱਖਾਂ ਨੇ ਨਿਕਲਣਾ ਹੈ, ਗੁਰਸਿੱਖਾਂ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਛਕੀ ਹੈ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਸੀਸ ਦਿੱਤਾ ਹੈ ਤੇ ਜਿਨ੍ਹਾਂ 5 ਪਿਆਰਿਆਂ ਨਾਲ ਵਾਅਦਾ ਕੀਤਾ ਵੀ ਜੇ ਪੰਥ ਦੀ ਖਾਤਰ ਸਿਰ ਦੇਣ ਦੀ ਲੋੜ ਪੈ ਗਈ ਤਾਂ ਅਸੀਂ ਦੇਵਾਂਗੇ। ਹੁਣ ਵਾਅਦਾ ਤੇ ਉਹ ਵੀ ਨੌਜਵਾਨ ਕਰੀ ਜਾਂਦੇ ਨੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਨੇ, ਵਾਅਦਾ ਉਹ ਵੀ ਨੌਜਵਾਨ ਕਰੀ ਜਾਂਦੇ ਨੇ ਜਿਨ੍ਹਾਂ ਅਜੇ ਅੰਮ੍ਰਿਤ ਨਹੀਂ ਛਕਿਆ। ਉਹਨਾਂ ਦਾ ਵਾਅਦਾ ਇਹਨਾਂ ਦੇ ਵਾਅਦੇ 'ਚ ਫਰਕ ਹੈ। ਅਸੀਂ ਵਾਅਦਾ ਕੀਤਾ, ਉਹਨਾਂ ਨੇ ਕਰਕੇ ਵਿਖਾਤਾ। ਕਰਕੇ ਕਿਵੇਂ ਵਿਖਾਇਆ? ਉਹ ਗੁਰੂ ਦੇ ਦਰਬਾਰ 'ਚ ਗਏ ਨੇ ਤੇ ਗੁਰੂ ਨੇ ਉਹੋ ਹੀ ਕਲਾ ਵਰਤਾਈ ਹੈ ਜਿਹੜੀ ਗੁਰੂ ਨੇ ਜਦੋਂ 5 ਪਿਆਰੇ ਸਾਜੇ ਸੀ ਉਦੋਂ ਵਰਤਾਈ ਸੀ ਨਾ ਕਲਾ, ਉਹੋ ਹੀ ਕਲਾ ਗੁਰੂ ਨੇ ਵਰਤਾਈ ਹੈ। ਸੀਸ ਧੜ ਨੂੰ ਜੁਦਾ ਕੀਤੇ ਨੇ, ਅੰਮ੍ਰਿਤ ਤਿਆਰ ਕਰਕੇ ਖੰਡੇ ਬਾਟੇ ਦਾ ਤੇ ਮੁਰਦਿਆਂ ਨੂੰ ਜਿੰਦੇ ਕੀਤਾ। ਪਿਛਲੇ ਪਾਪ ਕੱਟੇ ਨੇ, ਨਵਾਂ ਜੀਵਨ ਬਖਸ਼ਿਆ। ਇਸ ਨਵੇਂ ਜੀਵਨ 'ਚ ਕੀ ਕਰਨਾ ਹੈ? ਇਸ ਨਵੇਂ ਜੀਵਨ 'ਚ ਪਹਿਲਾਂ ਦੇ 5 ਪਿਆਰਿਆਂ ਨਾਲ ਵਾਅਦਾ ਜਿਹੜਾ ਕੀਤਾ ਵੀ ਜੇ ਧਰਮ ਯੁੱਧ ਦੇ ਵਿੱਚ ਧਰਮ ਦੀ ਖਾਤਰ ਸੀਸ ਵਾਰਨਾ ਪਿਆ ਤੇ ਵਾਰੋਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਚੋਰੀ ਹੋਣ ਦੀ ਘਟਨਾ ਨੂੰ ਘਰ ਦੀ ਨੌਕਰਾਨੀ ਵੱਲੋਂ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਨੇ ਵਿਧਾਇਕ ਤੇ ਪੀਏ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਿਧਾਇਕ ਕਾਕਾ ਬਰਾੜ ਦੇ ਪੀਏ ਨੇ ਦੱਸਿਆ ਕਿ ਬੀਤੇ ਦਿਨੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਘਰਾਂ ਵਿੱਚ ਪੁਸ਼ਤੈਨੀ ਸੋਨਾ ਗਾਇਬ ਹੈ। ਉਸ ਦੇ ਭਾਲ ਸ਼ੁਰੂ ਕਰ ਦਿੱਤੀ, ਸੋਨਾ ਨਹੀਂ ਮਿਲਿਆ। ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਿਆਨਕਰਤਾ ਅਨੁਸਾਰ ਸੋਨਾ ਘਰ ਵਿੱਚ ਕੰਮ ਕਰਨ ਵਾਲੀ ਔਰਤ ਨਹੀਂ ਚੁੱਕਿਆ। ਬਿਆਨਕਰਤਾ ਅਨੁਸਾਰ ਇਹ ਪੁਸ਼ਤੈਨੀ ਸੋਨਾ ਕਰੀਬ 25 ਤੋਲੇ ਹੈ ਤੇ ਇਸ ਦੀ ਕੀਮਤ 13 ਲੱਖ ਰੁਪਏ ਬਣਦੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਮ ਕਰ ਰਹੀ ਸੀ, ਨੌਕਰਾਨੀ ਸੀਗੀ, ਘਰੇ ਪੋਚੇ ਝਾੜੂ ਪੋਚੇ ਦਾ ਕੰਮ ਕਰਦੀ ਸੀਗੀ। ਉਹਨਾਂ ਦੇ ਘਰੋਂ ਜਿਹੜੇ ਹੈਗੇ ਸੋਨਾ ਕੋਈ ਸੀਗਾ ਚੋਰੀ ਕਰਕੇ ਲੈ ਗਈ ਸੀਗੀ ਤੇ ਜਿਸ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਹੈ ਤੇ ਲੜਕੀ ਰਾਉਂਡ ਅਪ ਕਰ ਲਈ ਅਸੀਂ ਤੇ ਸਪਾਨ ਅੱਗੇ ਜਿਹੜੀ ਇਨਵੈਸਟੀਗੇਸ਼ਨ ਉਹ ਸਾਰੀ ਜਾਰੀ ਹੈ ਆਪਣੀ। ਸਰ ਕਿੰਨਾ ਸੋਨਾ ਸੀ ਕਿ ਔਰ ਕਿੰਨੀ ਕੀਮਤ ਸੀ ਸੋਨੇ ਦੀ ਬਣਦੀ ਹੈ? ਉਹ ਵੈਲਿਊ ਆਪਾਂ ਕੈਲਕੂਲੇਟ ਨਹੀਂ ਕਰ ਸਕਦੇ ਹਜੇ, ਬਟ ਜਿਹੜਾ ਰਫਲੀ 20-25 ਤੋਲੇ ਦੇ ਇਨ ਬਿਟਵੀਨ ਆਪਾਂ ਕਹਿ ਸਕਦੇ ਹਾਂ ਤੇ ਰਫ ਅਮਾਊਂਟ ਹੈ ਸਾਰੀ ਜਿਹੜੀ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਜਵੰਦਾ ਕਲਾਂ ਤੋਂ ਇੱਕ ਐਸਾ ਗਰੀਬ ਪਰਿਵਾਰ ਸਾਹਮਣੇ ਆਇਆ ਹੈ ਜਿਸ ਦੇ ਹਾਸੇ-ਪਾਸੇ ਘਰ ਨੂੰ ਐਸੀ ਨਜ਼ਰ ਲੱਗੀ ਕਿ ਸਾਰਾ ਪਰਿਵਾਰ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਗਿਆ ਅਤੇ ਇਹ ਪਰਿਵਾਰ ਹੁਣ ਲੋਕਾਂ ਦੇ ਘਰਾਂ ਵਿੱਚ 2 ਵਕਤ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸੇ ਸੰਬੰਧ ਜਾਣਕਾਰੀ ਦਿੰਦੇ ਹੋਏ
ਪੀੜਤ ਪਰਿਵਾਰ ਦੇ ਮੁਖੀਆ ਵਿਧਵਾ ਔਰਤ ਕੁਲਵਿੰਦਰ ਕੌਰ ਨੇ ਆਪਣੀ ਹੱਡਬੀਤੀ ਰੋਂਦੇ ਹੋਏ ਦੱਸਿਆ ਕਿਹਾ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਦੇ ਹੋਏ ਉਸ ਦੀ ਰੀੜ੍ਹ ਦੀ ਹੱਡੀ ਸੱਟੇ ਸੱਟ ਵੱਜ ਗਈ ਅਤੇ ਉਹ ਮੰਜੇ ਤੇ ਪੈ ਗਿਆ। ਘਰ ਵਿੱਚ ਗਰੀਬੀ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ, ਜਿਸ ਕਰਕੇ ਉਸ ਦਾ ਇਲਾਜ ਦੁੱਖੋਂ ਰਿੜਕ ਕੇ ਮੌਤ ਦੇ ਮੂੰਹ ਵਿੱਚ ਚਲਾ ਗਿਆ। ਪੀੜਤ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਜਵਾਨ 4 ਧੀਆਂ ਹਨ ਤੇ ਜਵਾਨ ਧੀਆਂ ਦਾ ਢਿੱਡ ਭਰਨ ਦੇ ਲਈ ਉਹ ਲੋਕਾਂ ਦੇ ਘਰਾਂ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀ ਹੈ। ਕੀ ਨਾਮ ਹੈ ਜੀ ਤੁਹਾਡਾ? ਕੁਲਵਿੰਦਰ ਕੌਰ ਭਾਜੀ ਦਿਹਾੜੀਦਾਰ ਹੈਗੇ ਹਾਂ ਤੇ ਦਿਹਾੜੀ ਕਰਨ ਗਏ, ਕੰਮ ਕਾਰ ਤੇ ਗਏ ਹੀ ਤੇ ਉਹਨਾਂ ਦੇ ਲੱਕ ਦੇ ਮਣਕੜੇ ਹਿੱਲੇ ਨੇ। ਕੌਣ ਗਿਆ ਸੀ? ਮੇਰੇ ਘਰ ਦਾ ਗਿਆ ਸੀ ਗੁਰਪ੍ਰੀਤ ਸਿੰਘ ਤੇ ਉਹਨਾਂ ਨੂੰ ਮੁੜ ਕੇ ਕੋਈ ਡਾਕਟਰ ਨਹੀਂ ਛੱਡਿਆ, ਕੋਈ ਲੈਣਾ ਦੇਣਾ, ਜਿੱਥੇ ਕੋਈ ਆਂਦਾ ਹੀ ਲੈ ਕੇ ਜਾਂਦੇ ਰਹੇ ਆ ਤੇ ਕੋਈ ਵੀ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਮੁੜ ਕੇ 2 ਸਾਲ ਹੀ ਬੈਠੇ ਰਹੇ ਮੰਜੀ ਤੇ ਮੁੜ ਕੇ ਇਲਾਜ ਦੁੱਖੋਂ ਵੀ ਇਸ ਤਰ੍ਹਾਂ ਹੋ ਗਏ ਨੇ। ਅਸੀਂ ਗਰੀਬ ਹਾਂ, ਸਾਡੇ ਕੋਲ ਇਲਾਜ ਨਹੀਂ ਹੋਇਆ। ਮੌਤ ਹੋ ਗਈ ਇਹਨਾਂ ਦੀ? ਹਾਂਜੀ। ਕਿੰਨਾ ਚਿਰ ਹੋ ਗਿਆ ਮੌਤ ਹੋਈ ਨੂੰ? ਇਹ ਹੋ ਗਏ ਸਾਲ ਹੋ ਚੱਲਿਆ ਭਾਜੀ ਮੌਤ ਹੋਈ ਨੂੰ। ਨਾ ਸਾਡਾ ਹੁਣ ਕਰਦਾ ਹੀ ਕੋਈ ਲਾਗਾ ਨਹੀਂ ਕਰਦਾ। ਕਿੰਨੇ ਬੱਚੇ ਤੇ? ਸਾਡੇ 4 ਗੁੱਡੀਆਂ ਵਾ ਤੇ ਇੱਕ ਮੇਰਾ ਬੇਟਾ 2.5 ਸਾਲਾਂ ਦਾ। ਰੋਟੀ ਭਾਜੀ ਬਹੁਤ ਭਾਜੀ ਮੰਦਾ ਵਾ, ਕੰਮ ਕਰ ਕਰਕੇ ਰੋਟੀ ਖਾਂਦੇ ਆ। ਇੱਕ ਟਾਈਮ ਮਿਲਦੀ, ਇੱਕ ਟਾਈਮ ਨਹੀਂ ਮਿਲਦੀ। ਬੱਚੇ ਜਾਂਦੇ ਸਕੂਲੇ? ਨਹੀਂ ਭਾਜੀ। ਕਿਉਂ? ਬੱਚੇ ਕਿੱਦਾਂ ਸਕੂਲ ਜਾਣ, ਖਰਚਾ ਵਰਚਾ ਹੋ ਤੇ ਫੇਰ ਹੀ ਜਾਣ। ਅੱਛਾ, ਤੇ ਘਰੇ ਪੜਦੇ ਇੱਥੇ? ਹਾਂਜੀ, ਘਰੇ ਮਾੜਾ ਚੰਗਾ ਪੜਦੇ ਨੇ। ਤੇ ਬੱਤੀ ਦਾ ਕੀ ਬੱਤੀ ਨੂੰ ਕੀ ਗੱਲ? ਵੀ ਇਹਦਾ ਮੀਟਰ ਖਰਾਬ ਆ ਤੇ ਵੀ ਨਹੀਂ ਕੋਈ ਸਾਡੀ ਨਹੀਂ ਕੋਈ ਫੜਦਾ, ਨਹੀਂ ਕੋਈ ਸਾਥ ਨਹੀਂ ਸਾਡਾ ਕੋਈ ਵੀ ਦਿੰਦਾ। ਕਿੰਨੇ ਚਿਰ ਤੋਂ ਇਸ ਤਰ੍ਹਾਂ ਚੱਲਣ ਦਾ? ਇਹ ਤਾਂ ਭਾਜੀ ਜਦੋਂ ਦੇ ਮੁੱਕੇ, ਜਦੋਂ ਤੋਂ ਮੰਜੇ ਤੇ ਬੈਠੇ ਆ ਨਾ, ਉਦੋਂ ਤੋਂ ਹੀ ਇਹੋ ਹਾਲ ਸਾਡਾ ਰਿਹਾ ਵਾ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਆ ਭਾਜੀ ਵੀ 2 ਟਾਈਮ ਦੀ ਸਾਨੂੰ ਰੋਟੀ ਦਿੱਤੀ ਜਾਵੇ ਤੇ ਨਾ ਸਾਡਾ ਪਾਣੀ ਧਾਣੀ ਉਂਝ ਨਹੀਂ ਹੈਗਾ। ਅਸੀਂ ਕਿਸੇ ਦੇ ਘਰੋਂ ਲਿਆ ਪਾਣੀ ਟਾਈਮ ਸਾਰ ਦੇ। ਤੇ ਮੋਟਰ ਲੱਗੀ ਤਾਂ ਹੈਗੀ ਤੁਹਾਡੇ? ਭਾਜੀ ਉਹ ਸੜੀ ਆ। ਕਾਕੇ ਇਧਰ। ਰਾਜਵੀਰ ਕੌਰ। ਉਹ ਅੰਕਲ ਜੀ, ਮੇਰੇ ਡੈਡੀ ਦੀ ਡੈਥ ਹੋ ਗਈ ਸੀ ਤੇ ਮੇਰੀ ਮੰਮੀ ਘਰੋਂ ਕੰਮ ਕਰਦੇ ਆ ਤੇ ਜਦੋਂ ਲੈ ਕੇ ਆਉਂਦੇ ਆਟਾ ਉਟਾ ਤੇ ਉਹ ਉਸੇ ਵੇਲੇ ਖਤਮ ਹੋ ਜਾਂਦਾ ਹੈ। ਅੱਛਾ, ਤੇ ਕੀ ਗਾ ਰੋਟੀ ਪਾਣੀ ਦਾ ਨਹੀਂ ਸਰਦਾ ਪਿਆ? ਨਹੀਂ ਅੰਕਲ ਜੀ। ਸਕੂਲੇ ਜਾਂਦੇ? ਨਹੀਂ, ਘਰੇ ਪੜ ਲੈਣੇ ਪੈਣਾ। ਕਿਉਂ ਸਕੂਲੇ ਕਿਉਂ ਨਹੀਂ ਜਾਂਦੇ? ਉਹ ਪੈਸੇ ਨਹੀਂ ਹੈਗੇ ਤੇ ਇਸ ਲਈ ਕਿਹਾ ਸੀ ਪਰ ਉਹ ਕਰਦੇ ਨਹੀਂ। ਅੱਛਾ, ਤੇ ਆ ਤੂੰ ਪਾਣੀ ਕਾਹਤੋਂ ਬਾਹਰੋਂ ਲੈ ਕੇ ਆਉਂਦਾ? ਉਹ ਮੋਟਰ ਨਹੀਂ ਚੱਲਦੀ। ਤੇ ਬੱਤੀ ਦਾ ਵੀ ਇਸ ਤਰ੍ਹਾਂ ਹੀ? ਹਾਂਜੀ, ਵੀ ਕੋਈ ਸਾਡੀ ਸਹਾਇਤਾ ਕਰੇ। ਕਿਹੜਾ ਪਿੰਡ ਆ ਇਹ? ਜਵੰਦਾ ਕਲਾ। ਮੋਬਾਈਲ ਨੰਬਰ ਚੇਤਾ ਤੈਨੂੰ ਕੁਛ? ਕਿੰਨਾ ਨੰਬਰ? 987786 6365। ਫੇਰ ਬੋਲੇ। 987786 6365। ਨਾ ਕਾਕੇ ਇਧਰ। ਪੂਨਮ ਕੌਰ। ਕੀ ਗੱਲ ਕਾਕੇ, ਕੀ ਗੱਲ ਹਾਲਾਤ ਬਣੇ ਪਏ ਨੇ ਘਰ ਦੇ? ਵੀ ਜਦੋਂ ਦੇ ਡੈਡੀ ਦੀ ਡੈਥ ਹੋਈ ਆ ਤੇ ਉਦੋਂ ਦੇ ਮੰਮੀ ਵੀ ਲੋਕਾਂ ਦੇ ਘਰੇ ਜਾ ਕੇ ਕੰਮ ਕਰਦੇ ਆ ਤੇ ਸਾਡਾ ਜਿਹੜਾ ਵਾ ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਲ ਨਹੀਂ ਹੁੰਦਾ। ਕੀ ਗੱਲ ਕੀ? ਵੀ ਜਦੋਂ ਮੇਰੀ ਮੰਮੀ ਕੰਮ ਕਰਕੇ ਕੋਈ ਪੈਸਾ ਲੈ ਕੇ ਆਉਂਦੇ ਆ ਤੇ ਉਹ ਘਰ ਦਾ ਸਮਾਨ ਥੋੜਾ ਬਹੁਤਾ ਲੈ ਆਉਂਦੇ ਆ ਤੇ ਬਾਅਦ ਵਿੱਚ ਜਦੋਂ ਖਤਮ ਹੋ ਜਾਂਦਾ ਫਿਰ ਲੋਕਾਂ ਵੱਲ ਵੇਖਦੇ ਆ। ਤੇ ਸਕੂਲੇ ਜਾਂਦੇ ਤੁਸੀਂ? ਨਹੀਂ, ਸਕੂਲ ਤਾਂ ਨਹੀਂ ਜਾਂਦੇ। ਕਿਉਂ, ਕੀ ਗੱਲ? ਵੀ ਹਾਲਾਤ ਹੀ ਇਹੋ ਜਿਹੇ ਆ ਵੀ ਪੈਸਾ ਹੀ ਨਹੀਂ ਹੈਗਾ ਵੀ ਸਕੂਲ ਕਿੱਦਾਂ ਜਾ ਸਕਦੇ ਸੀ। ਤੇ ਬੱਤੀ ਹੈਗੀ ਘਰ 'ਚ? ਬੱਤੀ ਮੀਟਰ ਸੜਿਆ ਪਿਆ। ਮੋਟਰ ਚੱਲਦੀ? ਨਹੀਂ, ਮੋਟਰ ਨਹੀਂ ਚੱਲਦੀ। ਮੋਟਰ ਵੀ ਨਹੀਂ ਚੱਲਦੀ? ਹਾਂਜੀ। ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਤੁਸੀਂ ਲਾਉਂਦੇ ਜੀ, ਗੁਜ਼ਾਰਾ ਕਿਵੇਂ ਕਰੋਗੇ? ਚੁੱਲ੍ਹੇ ਤੇ ਲਾਉਣੇ ਆ। ਤੇ ਕੋਈ ਕਿਸੇ ਨੂੰ ਆਖਿਆ ਨਹੀਂ ਤੁਸੀਂ ਕਿ ਸਾਡੀ ਕੋਈ ਸਹਾਇਤਾ ਕਰੋ ਜਾਂਗੇ? ਕਹਿੰਦੇ ਤੇ ਹੈਗੇ ਆ ਪਰ ਕੋਈ ਕਰਦਾ ਹੀ ਨਹੀਂ ਸਹਾਇਤਾ। ਕੀ ਮੰਗ ਕਰਦੇ ਹੁੰਦੇ? ਅਸੀਂ ਚਾਹੁੰਦੇ ਆ ਵੀ ਸਾਨੂੰ ਵੀ 2 ਟਾਈਮ ਦੀ ਰੋਟੀ ਤਾਂ ਮਿਲਣੀ ਚਾਹੀਦੀ ਆ। ਕਿੰਨੀਆਂ ਭੈਣਾਂ ਤੁਸੀਂ? ਅਸੀਂ 4 ਭੈਣਾਂ। ਹਾਂਜੀ। ਨੰਬਰ ਚੇਤਾ ਮੋਬਾਈਲ? ਹਾਂਜੀ। ਕਿੰਨਾ ਨੰਬਰ? 987786 6365। ਫੇਰ ਬੋਲੇ। 987786 6365। ਬੀਬੀ ਜੰਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਅਤੇ ਖੁਦ ਦੇ ਉਸ ਚੋਣ ਦੇ ਬਿਆਨ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਕਿ ਬੀਬੀ ਜੰਗੀਰ ਕੌਰ ਇਹ ਦੱਸਣ ਕਿ ਜਦੋਂ ਪਿਛਲੇ ਸਮੇਂ ਵਿੱਚ ਪ੍ਰਧਾਨ ਬਣੇ ਸਨ ਤਾਂ ਕੀ ਲਿਫਾਫਾ ਪ੍ਰਥਾ ਚੱਲ ਰਹੀ ਸੀ ਜਾਂ ਫਿਰ ਨਹੀਂ। ਬੀਬੀ ਜੀ ਤਾਂ ਸਤਿਕਾਰਯੋਗ ਨੇ ਜੀ, ਕੁਝ ਕਹਿ ਸਕਦੇ ਆ, ਮਗਰ ਉਹਨਾਂ ਨੂੰ ਪੁੱਛੋ ਕਦੇ ਪਰਚੀ ਸਿਸਟਮ 'ਚ ਉਹ ਵੀ ਨਿਕਲੇ ਨੇ ਕਿ ਨਹੀਂ ਨਿਕਲੇ? ਪਰਚੀ ਸਿਸਟਮ ਹੈ ਨਹੀਂ ਜੀ। ਔਰ ਬੀਬੀ ਜੀ ਦੇ ਪੁਰਾਣੇ ਬਿਆਨ ਕੱਢ ਲਓ, ਉਹ ਇਸ ਗੱਲ ਨੂੰ ਸਪਸ਼ਟ ਕਰਦੇ ਨੇ। ਦੇਖੋ, SGPC ਮੈਂਬਰ ਜਦੋਂ ਇਲੈਕਸ਼ਨ ਹੁੰਦੀ ਆ
ਉੱਥੇ ਬਕਾਇਦਾ ਸ਼ਾਮਪੁਰਾ ਜੀ ਤਾਂ ਵਿੱਚ ਰਹੇ ਹੈ, ਸਿਸਟਮ ਤੁਹਾਨੂੰ ਮੇਰੇ ਤੋਂ ਬਿਹਤਰ ਦੱਸ ਸਕਦੇ ਆ। ਬਕਾਇਦਾ ਅਰਦਾਸ ਹੋਣ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਪ੍ਰਧਾਨਗੀ ਦੀ ਚੋਣ ਲਈ ਕੌਣ ਕੌਣ, ਔਰ ਜਦੋਂ ਕੋਈ ਗੱਲ ਕਰਦਾ ਕਿ ਪ੍ਰਧਾਨਗੀ ਦੀ ਚੋਣ ਲਈ ਫਲਾਣਾ ਹੈ ਤੇ ਉਹ ਕੈਂਡੀਡੇਟ ਖੜੇ ਵੀ ਹੋ ਜਾਂਦੇ ਤੇ ਉਸ ਤੋਂ ਬਾਅਦ ਵੋਟਾਂ ਪੈਂਦੀਆਂ ਨੇ ਜਾਂ ਹੱਥਾਂ ਦੇ ਦਿਖਾਵੇ ਨਾਲ ਇਹ ਫੈਸਲਾ ਹੋ ਜਾਂਦਾ। ਇਸ ਲਈ ਇਹ ਐਵੇਂ ਹੁਣ ਪਤਾ ਨਹੀਂ ਨਵੀਂ ਗੱਲ ਕਿੱਥੋਂ ਬਣਾ ਲਈ ਆ, ਉਹਨਾਂ ਨੂੰ ਚਾਹੀਦਾ ਨਹੀਂ, ਸਤਿਕਾਰਯੋਗ ਨੇ ਇਹ ਗੱਲ ਨੂੰ। ਮੈਂ ਤਾਂ ਉਹਨਾਂ ਨੂੰ ਅੱਜ ਵੀ ਬੇਨਤੀ ਕਰੂੰਗਾ ਕਿ ਪਤਾ ਨਹੀਂ ਕਿਹਦੇ ਇਸ਼ਾਰੇ ਤੇ ਜਾਂ ਕਿਹਦੇ ਕਹੇ ਤੇ ਇਹ ਕਰਦੇ ਫਿਰਦੇ ਆ। ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਰਨਾ, ਔਰ ਫੈਸਲਾ ਲਗਭਗ ਜੋ ਮੈਂਬਰਾਂ ਦੇ ਵਿਚਾਰ ਆ ਉਹ ਹੋਏ ਆ। ਇਸ ਲਈ ਇਹਦੇ 'ਚ ਪਾਰਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਫਾਈਨਲ ਅਥਾਰਟੀ ਆ, ਉਹਨਾਂ ਨੇ ਆਪਦਾ ਫੈਸਲਾ ਕਰ ਦੇਣਾ, 9 ਨੂੰ ਲੱਗ ਹੀ ਜਾਣਾ ਪਤਾ। ਦੇਖੋ ਸ਼ਾਹਪੁਰ ਸਾਹਿਬ ਦਾ ਕੀ ਬਿਆਨ ਹੈ ਨਹੀਂ ਬਿਆਨ ਹੈ ਮੈਨੂੰ ਪਤਾ ਨਹੀਂ, ਮੈਂ ਵੇਖਿਆ ਨਹੀਂ, ਮਗਰ ਸ਼ਾਹਪੁਰ ਸਾਹਿਬ ਨੂੰ ਤਾਂ ਇੰਨੀ ਬੇਨਤੀ ਜ਼ਰੂਰ ਪੁੱਛ ਲਿਓ ਕਿ ਜਦੋਂ ਬੀਬੀ ਜੀ ਖੜਦੇ ਰਹੇ ਉਦੋਂ ਤੁਸੀਂ ਬਹੁਤ ਕੁਝ ਕਹਿੰਦੇ ਰਹੇ, ਫਿਰ ਉਹ ਗੱਲਾਂ ਤੋਂ ਕਿੱਧਰ ਜਾਣਗੀਆਂ। ਇਸ ਲਈ ਫਿਰ ਚਲੋ ਕੋਈ ਕੁਛ ਕਰੇ, 9 ਤੋਂ ਬਾਅਦ ਇਹ ਗੱਲਾਂ ਦੀ ਟਿੱਪਣੀ ਕਰਾਂਗੇ, ਸਭ ਦੇ ਹਿੱਸੇ ਸਪਸ਼ਟ ਹੋ ਜਾਣੇ ਆ। ਕਿਉਂਕਿ ਜਦੋਂ ਬੀਬੀ ਜੀ ਚੋਣ ਲੜਦੇ ਸੀ ਸ਼ਾਹਪੁਰ ਸਾਹਿਬ ਬਹੁਤ ਕੁਝ ਕਹਿੰਦੇ ਹੁੰਦੇ ਸਨ, ਤੇ ਫਿਰ ਇਹ ਸੰਗਤ ਪੁੱਛੂਗੀ, ਜਵਾਬ ਮੰਗੂਗੀ ਇਹਨਾਂ ਗੱਲਾਂ ਦਾ, ਫਿਰ ਸ਼ਾਹਪੁਰ ਸਾਹਿਬ ਸਿਆਣੇ ਨੇ ਜੀ ਦੇਣਗੇ। ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਜਿੰਨੇ ਮਾਝੇ ਦੇ ਜਿੰਨੇ ਅਸੀਂ ਆ, ਅਸੀਂ ਸਾਰੇ ਇਕੱਠੇ ਆ, ਔਰ ਆਪ ਦਾ ਅਸੀਂ ਇਕੱਠੇ ਹੋ ਕੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਲਾਈ ਵਾਸਤੇ, ਜੋ ਸਿੱਖ ਕੌਮ ਦੇ ਭਲੇ ਵਾਸਤੇ, ਜਿਹੜਾ ਇਨਸਾਨ ਇਮਾਨਦਾਰੀ ਨਾਲ ਉਹ ਸੇਵਾ ਨੂੰ ਸਾਨੂੰ ਲੱਗਦਾ ਨਿਭਾ ਸਕਦਾ, ਅਸੀਂ ਸਾਰੇ ਉਹਦਾ ਸਾਥ ਦੇਵਾਂਗੇ। ਅਸੀਂ ਐਜ਼ ਆਪ ਵੀ ਦੇਵਾਂਗੇ ਤੇ ਮੈਂਬਰਾਂ ਨੂੰ ਵੀ ਕਵਾਂਗੇ। ਆ ਮੇਰੇ ਨਾਲ ਸਿਆਲਕਾ ਜੀ ਹੋਰੀ ਵੀ ਆਏ ਆ, ਇਸ ਲਈ ਇਹ ਐਵੇਂ ਅਖਬਾਰ ਵਾਲਿਆਂ ਦੀ 4 ਦਿਨਾਂ ਦੀ ਗੁੱਸਾ ਨਾ ਕਰਦੇ, ਤੁਸੀਂ ਸਵਾਦ ਲੈਣਾ ਲੈ ਲਓ ਜਿਹੜਾ ਲੈਣਾ। ਫੈਸਲਾ ਤਾਂ ਸਾਰਾ ਕੁਝ ਹੋਇਆ, ਤੁਹਾਨੂੰ ਸਪਸ਼ਟ ਹੀ ਹੋ ਜਾਣਾ। ਤੁਗਲਵਾਲ ਸਾਹਿਬ ਵੀ ਅੰਦਰ ਬੈਠੇ, ਇਸ ਲਈ ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਣਾ, ਸਾਰੀ ਮੈਂ ਇੱਕ ਵੱਡੋਂ ਕਹਿ ਦਿਆਂ। ਇਹ ਤਾਂ ਠੀਕ ਹੈ ਕਰਨਾ, ਜੋ ਮਾੜਾ ਮੋਟਾ ਕੁਛ ਵਿਰੋਧੀ ਤਾਕਤਾਂ ਨੇ ਕਰੀ ਜਾਂਦੀਆਂ ਨੇ ਕਰੀ ਜਾਣ। ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਾੜਾ ਤੇਲੀਆਂ ਵਿੱਚ ਰਹਿਣ ਵਾਲੇ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਮੁਲਾਜ਼ਮ ਪਤਨੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 7 ਸਾਲ ਪਹਿਲਾਂ ਬਲਜੀਤ ਕੌਰ ਪੁੱਤਰੀ ਜਸਵੰਤ ਸਿੰਘ ਨਾਲ ਵਿਆਹ ਹੋਇਆ ਸੀ, ਜੋ ਕਿ ਪੰਜਾਬ ਪੁਲਿਸ ਵਿੱਚ ਹੌਲਦਾਰ ਹੈ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਦੇ ਉਸਦੇ ਪੁਲਿਸ ਮੁਲਾਜ਼ਮ ਸਾਥੀਆਂ ਨਾਲ ਨਾਜਾਇਜ਼ ਸਬੰਧ ਹਨ। ਇਸ ਦੀਆਂ ਫੋਟੋਆਂ ਤੇ ਹੋਰ ਸਬੂਤ ਉਹਨਾਂ ਕੋਲ ਪਏ ਹਨ। ਜਦੋਂ ਉਸ ਵੱਲੋਂ ਉਸ ਦੀ ਪੁਲਿਸ ਮੁਲਾਜ਼ਮ ਪਤਨੀ ਨੂੰ ਇਹਨਾਂ ਨਾਜਾਇਜ਼ ਸਬੰਧਾਂ ਸੰਬੰਧ ਪੁੱਛਿਆ ਗਿਆ ਤਾਂ ਉਸ ਦੀ ਪਤਨੀ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਦੱਸਿਆ, ਤੇ ਉਸ ਦੇ ਪੁਲਿਸ ਮੁਲਾਜ਼ਮ ਸਾਥੀਆਂ ਵੱਲੋਂ ਵੀ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਕੁਝ ਝੂਠ ਹੈ ਸਰ। 24 ਤਰੀਕ ਦੀ ਸਵੇਰ ਦੀ ਗੱਲ ਹੈ। ਸੱਸ ਨਾਲ 7 ਸਾਲ ਹੋ ਗਏ ਮੈਂ ਸੱਸ ਦੇ ਕਰਕੇ ਉੱਥੇ ਦਿਨ ਕੱਟਣ ਦੀ ਹਾਂ। 24 ਤਰੀਕ ਨੂੰ ਜਦੋਂ ਸਵੇਰ ਦਾ ਇਹ ਵਾਕਾ ਵਾ, 2 ਘੰਟੇ ਦੀ ਉੱਥੋਂ ਦੀ ਡਿਟੇਲ ਕਢਾਈ ਜਾਵੇ, ਉਹ 'ਚ ਪਤਾ ਲੱਗ ਜੂਗਾ ਕਿ ਮੈਂ ਸੱਸ ਦੇ ਹੱਥੀ ਪਈ ਹਾਂ ਕਿ ਸਹੁਰਾ ਮੇਰੇ ਹੱਥੀ ਪਿਆ ਕਿ ਮੇਰਾ ਘਰ ਵਾਲਾ ਮੇਰੇ ਹੱਥੀ ਪਿਆ ਵਾ। ਜਦੋਂ ਨਿਕਲਦੇ ਨਾਰਮਲ ਬੱਚੇ ਜਿੱਦ ਕਰਦੇ ਆ ਵੀ ਦੀਵਾਲੀ ਦਾ ਦਿਨ ਹੈ ਮੈਂ ਨਾਲ ਜਾਣਾ ਹੈ, ਬੱਚੇ ਨੇ ਉਹੀ ਜਿੱਦ ਕੀਤੀ ਆ ਵੀ ਮੈਂ ਨਾਲ ਜਾਣਾ ਵਾ। ਮੈਂ ਸਕੂਟਰੀ ਸਟਾਰਟ ਕੀਤੀ ਆ, ਮੇਰੇ ਸਹੁਰੇ ਨੇ ਪਿੱਛੋਂ ਸਕੂਟਰੀ ਖਿੱਚੀ ਆ, ਨਾਲੇ ਬੱਚੇ ਨੂੰ ਵੀ ਥੱਲੇ ਸੁੱਟਤਾ, ਨਾਲੇ ਮੈਨੂੰ ਵੀ, ਨਾਲੇ ਚੱਪਲੀਆਂ ਨਾਲ ਲੱਗ ਪਏ। ਉਹਨਾਂ ਨੇ ਕਹਿਣਾ ਕਿ ਉਸ ਵਕਤ ਘਰ ਨਹੀਂ, ਨਾ ਮੁੰਡਾ ਘਰ ਸੀ, ਸਰ ਨਾ ਸਹੁਰਾ ਪਰਿਵਾਰ ਤੋਂ ਡੇਰੀ ਤੇ ਜਿਹੜੇ ਉੱਥੇ ਆਪਣਾ ਕਾਰੋਬਾਰ ਕਰਦੇ ਨੇ, ਉਹ ਵੀ ਕਹਿ ਰਹੇ ਕਿ ਟਾਵਰ ਲੋਕੇਸ਼ਨਾਂ ਸਾਡੀਆਂ ਵੀ ਕਢਵਾਈਆਂ ਜਾਣ। ਨਹੀਂ, ਜਿਹੜੀ ਸਾਡੇ ਘਰ ਕੈਮਰੇ ਲੱਗੇ ਆ, ਦੋਨੇ ਪਾਸੇ ਕੈਮਰੇ ਦੀ ਲੋਕੇਸ਼ਨ ਆਉਂਦੀ ਆ, ਉਹ ਕਢਵਾਉਣ 2 ਘੰਟੇ ਦੀ ਉਹ ਕਢਵਾਉਣ, ਸਾਰਾ ਕੁਝ ਆ ਜਾਊਗਾ, ਸਭ ਕੁਝ ਵਿੱਚ ਆਊਗਾ। ਇਹਨਾਂ ਨੇ ਪੂਰਾ ਜਲੂਸ ਕੱਢਿਆ ਮੇਰਾ ਉੱਥੇ। ਜਿੰਦਰ ਸਿੰਘ। ਕਿਹੜਾ ਪਿੰਡ ਆਪਣਾ? ਮੇਰਾ ਪਿੰਡ ਵਾੜਾ ਤੇਲੀਆਂ ਜੀ। ਅੱਜ ਕਿਸ ਸੰਬੰਧ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੋ? ਇਹ ਸਰ ਮੇਰੀ ਘਰ ਵਾਲੀ ਹੈ ਬਲਜੀਤ ਕੌਰ, ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਨੇ, ਉਹਨਾਂ ਵੱਲੋਂ ਸਾਡੇ ਤੇ ਝੂਠੇ ਪਰਚੇ ਪਾਏ ਜਾ ਰਹੇ ਨੇ, ਉਹਦੇ ਬਾਰੇ ਹੀ ਇਸ ਸੰਬੰਧ 'ਚ ਕਾਨਫਰੰਸ ਕਰ ਰਹੇ ਹਾਂ। ਮਾਮਲਾ ਕੀ ਪੂਰਾ ਤੁਹਾਡਾ? ਕਿੰਨਾ ਚਿਰ ਹੋ ਗਿਆ ਵਿਆਹ ਨੂੰ? ਕਿਹੜੇ ਅਹੁਦੇ ਤੇ ਤੁਹਾਡੀ ਵਾਈਫ ਹੈ? ਇਹ ਸਰ ਮੇਰੀ ਮੈਰਿਜ 2015 ਸਾਲ 'ਚ ਹੋਈ, 7 ਸਾਲ ਹੋ ਗਏ ਮੈਰਿਜ ਹੋਏ ਨੂੰ। ਮੇਰੀ ਜਿਹੜੀ ਮਿਸਿਜ ਹੈਗੇ ਨੇ ਉਹ ਹੈਗੇ ਨੇ ਹੌਲਦਾਰ ਹੈਗੇ ਨੇ, ਥਾਣਾ ਸਿਟੀ ਪੱਟੀ ਦੇ ਵਿੱਚ ਤਾਇਨਾਤ ਨੇ। ਜਦੋਂ ਤੋਂ ਮੇਰਾ ਵਿਆਹ ਆਇਆ ਸ਼ੁਰੂ ਤੋਂ ਲੈ ਕੇ ਇਹ ਮੈਨੂੰ ਤੰਗ ਪਰੇਸ਼ਾਨ ਕਰਦੀ ਆ ਰਹੀ ਆ।
29 ਤਰੀਕ ਦੀ ਗੱਲ ਹੈ। ਇਹ ਸ਼ਾਮ ਬੱਚਾ ਵੀ ਕਾ ਕੋਈ ਪਹਿਲਾਂ ਇਹ ਦੱਸੋ। ਹਾਂਜੀ, ਮੇਰਾ ਇੱਕ ਬੇਟਾ ਜੀ 6 ਸਾਲ ਦਾ। ਹਾਂਜੀ, ਅੱਗੇ ਬੋਲੋ। ਇਹ ਮਿਤੀ 29 ਤਰੀਕ ਨੂੰ ਸਾਰੇ ਸ਼ਾਮੀ ਮੇਰੇ ਗੱਲ ਪੈ ਗਈ 8 ਵਜੇ। ਉਸੇ ਤੋਂ ਮੈਂ ਇਹਦੇ ਨਾਲ ਨਾਰਾਜ਼ ਹੋ ਕੇ ਮੈਂ ਘਰੋਂ ਸੁਸਾਈਡ ਕਰਨ ਲਈ ਚਲੇ ਗਿਆ। ਇੱਥੇ ਜਾ ਕੇ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਮੈਂ ਅਰਦਾਸ ਕਰਨ ਲੱਗਾ, ਮਹਾਰਾਜ ਮੈਂ ਸੁਸਾਈਡ ਕਰਨ ਲੱਗਾ। ਮੈਂ ਆਪਣਾ ਫੋਨ ਸਾਰਾ ਕੁਝ ਘਰੇ ਛੱਡ ਗਿਆ। ਉੱਥੇ ਮੈਨੂੰ ਇੱਕ ਬਾਪੂ ਮਿਲਿਆ, ਮੈਨੂੰ ਰੋਂਦਾ ਆ ਵੇਖ ਕੇ। ਉਹ ਮੈਨੂੰ ਪੁੱਛਣ ਲੱਗੇ ਪੁੱਤ ਕੀ ਗੱਲ ਆ। ਉਹ ਮੈਨੂੰ ਆਪਣੇ ਨਾਲ ਲੈ ਕੇ ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਹੌਂਸਲਾ ਦਿੱਤਾ ਵੀ ਕੋਈ ਨਹੀਂ, ਹੌਂਸਲਾ ਰੱਖ। ਹੌਲੀ ਹੌਲੀ ਮੈਂ ਥੋੜ੍ਹਾ ਜਿਹਾ ਮਨ ਬਦਲ ਗਿਆ। ਅਤੇ ਉਸ ਤੋਂ ਬਾਅਦ ਵਿੱਚ ਮੈਂ 2 ਦਿਨ ਉੱਥੇ ਰਿਹਾ। ਦੂਜੇ ਦਿਨ ਮੈਨੂੰ ਮੇਰੇ ਘਰ ਦੇ ਉੱਥੋਂ ਲੱਭ ਕੇ ਲਿਆਏ ਨੇ। ਜਦੋਂ ਮੈਂ ਘਰ ਆਇਆ ਮੈਂ ਆਣ ਕੇ ਇਹੋ ਹੀ ਕਿਹਾ ਵੀ ਮੈਂ ਘਰ ਫੇਰ ਜਾਣਾ, ਜਾਂ ਤਾਂ ਮੈਨੂੰ ਨਿਆਂ ਦਿਵਾਓ ਅਤੇ ਜਾਂ ਮੇਰੇ ਸਹੁਰੇ ਸਾਰਾ ਪਰਿਵਾਰ ਜਿਹੜਾ ਪੰਚਾਇਤ ਸਹੁਰੇ। ਕੀ ਸੀ ਲੜਾਈ ਦਾ, ਕੀ ਕਾਰਨ ਸੀ ਲੜਾਈ ਦਾ? ਸਰ ਕਾਰਨ ਇਹੀ ਆ ਕਿ ਇਹਦੇ ਇੱਕ ਤਾਂ ਸ਼ੁਰੂ ਤੋਂ ਲੈ ਕੇ ਗਿਣ ਲਓ ਵੀ ਨਜਾਇਜ਼ ਸਬੰਧ ਹੈਗੇ ਨੇ। ਇੱਕ ਨਹੀਂ 4 5 ਮੁੰਡਿਆਂ ਨਾਲ ਇਹਦੇ ਸਬੰਧ ਹੈਗੇ ਸਰ, ਇੱਕ ਨਾਲ ਨਹੀਂ ਹੈਗੇ ਸਰ। ਮੇਰੇ ਨਾਲ 1.5 ਸਾਲ ਹੋ ਗਿਆ, ਇਹਦਾ ਕੋਈ ਵੀ ਰਿਲੇਸ਼ਨ ਨਹੀਂ ਹੈਗਾ ਬਿਲਕੁਲ ਵੀ। ਇਹ ਜਦੋਂ ਮਰਜ਼ੀ ਮੇਰੇ ਗੱਲ ਪੈ ਜਾਂਦੀ ਹੈ। ਵਿਅਕਤੀਆਂ ਦੀਆਂ ਤੁਸੀਂ ਫੋਟੋਆਂ ਕਰ ਰਹੇ ਸਕਰੀਨ ਦੇ ਗਾੜੀ, ਕੀ ਨਾਂ ਕੀ ਇਹਨਾਂ ਦੇ ਤੇ ਕਿੱਥੋਂ ਕਿੱਥੋਂ ਦੇ ਵਿਅਕਤੀ ਨੇ? ਸਰ ਇੱਕ ਤਾਂ ਇਹ ਮੁੰਡਾ ਹੈਗਾ ਵਲਟੋਏ ਦਾ ਹੈਗਾ ਨਵਜੀਤ। ਇੱਕ ਆ ਮੁੰਡਾ ਹੈਗਾ ਕਵਲ ਸਿੰਘ ਕਾਲੀਆ, ਇਹ ਹੈਗਾ ਸੁਖਪਾਲ ਸਿੰਘ ਭੁੱਲਰ MLA ਦਾ ਸਾਬਕਾ ਦਾ PA ਰਿਹਾ ਸਰ। ਨਵਜੀਤ ਉਹ ਕੌਣ ਆ ਜਿਹੜਾ ਪਹਿਲਾ ਨਾਮ ਹੈ? ਨਵਜੀਤ ਸਿੰਘ ਜਿਹੜਾ ਉਹ ਵੀ ਇਹਦੇ ਨਾਲ ਜੌਬ ਕਰਦਾ ਪੰਜਾਬ ਪੁਲਿਸ ਦੇ ਵਿੱਚ ਹੀ ਸਰ। ਜਿਹੜੇ ਹੁਣ ਇਹਦੇ ਨਾਲ ਹੁਣ ਮੁਲਾਜ਼ਮ ਜਿਨ੍ਹਾਂ ਨਾਲ ਇਹਦੇ ਹੁਣ ਵੀ ਰਿਲੇਸ਼ਨ ਹੈਗੇ, ਇੱਕ ਸਰ ਕੁਲਬੀਰ ਸਿੰਘ ASI ਆ, ਇੱਕ ਸਰ ਮੁਨਸ਼ੀ ਆ ਮੁੰਡਾ ਗੁਰਪ੍ਰੀਤ ਸਿੰਘ। ਇਹ ਸਰ ਜਿਹੜਾ ਕੁਲਬੀਰ ਸਿੰਘ ਇਹ ਤਾਂ ਆਣ ਕੇ ਇੱਥੇ ਸਾਨੂੰ ਘਰੇ ਵੀ ਆ ਜਾਂਦਾ, ਆਣ ਕੇ ਧਮਕੀਆਂ ਵੀ ਦਿੰਦਾ। ਇਹ ਉਹਦੇ ਨਾਲ ਹੀ ਗੱਡੀ ਤੇ ਡੇਲੀ ਚੜ੍ਹ ਕੇ ਜਾਂਦੀ ਹੈ, ਉਹਦੇ ਨਾਲ ਹੀ ਡੇਲੀ ਰਾਤ ਨੂੰ ਗੱਡੀ ਤੇ ਆਉਂਦੀ ਹੈ। ਸਾਡੇ ਨੇੜੇ ਹੀ ਪਿੰਡ ਦੇ ਹੈਗੇ ਨੇ ਸਰ। ਜੇ ਇਹਨਾਂ ਦੀ ਜੇ ਇਹ ਗੱਲ ਤੇ ਆ ਜਾਈਏ ਆਪਾਂ ਨਾ, ਤੇ ਫਿਰ ਇਹਦੇ ਰਿਲੇਸ਼ਨ ਬਾਹਰ ਆ। ਇਹਦੀ ਜਿਹੜੀ ਆਪਣੀ ਸਿਸਟਰ ਆ, ਉਹ ਸਿਸਟਰ ਦੀ ਜਿਹੜੀ ਨਨਾਣ ਆ, ਉਹਦੀ ਬੇਟੀ ਨਾਲ ਦੇ ਰਿਲੇਸ਼ਨ ਆ। ਕੁੜੀ PR ਹੋ ਗਈ ਆ। ਜਦੋਂ ਦੀ ਕੁੜੀ PR ਹੋ ਗਈ ਆ ਉਦੋਂ ਦੇ ਮੇਰੇ ਤੇ ਐਲੀਗੇਸ਼ਨ ਲੱਗਣ ਲੱਗ ਪਏ ਆ। ਜੋ ਇਹਨਾਂ ਨੇ ਫੋਟੋਆਂ ਪੇਸ਼ ਕੀਤੀਆਂ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀਆਂ ਫੋਟੋਆਂ ਜਿਹੜੀਆਂ ਫੋਟੋ ਕਾਪੀ ਵੀਡੀਓ ਵੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਅੱਜ ਪੇਸ਼ ਕੀਤੀਆਂ ਵਾ ਤੁਹਾਡੀਆਂ ਇਵੇਂ ਦੀਆਂ, ਮਤਲਬ ਉਹਨਾਂ ਦਾ ਇਹ ਕਹਿਣਾ ਕਿ ਅਲੱਗ-ਅਲੱਗ ਜੋ ਕਿ ਕੁਝ ਪੁਲਿਸ ਅਧਿਕਾਰੀਆਂ ਦੇ ਵੀ ਨਾਮ ਲਏ ਆ ਕਿ ਇਹਨਾਂ ਦੇ ਨਾਲ ਵੀ ਇਹਨਾਂ ਦੇ ਰਿਲੇਸ਼ਨ ਆ। ਤਾਂ ਕਰਕੇ ਜਦੋਂ ਆਪਾਂ ਕਹੀਏ, ਜਦੋਂ ਆਪਾਂ ਛਿੱਤਰ ਖਾਨ ਤੋਂ ਹਟ ਜਾਈਏ ਤਾਂ ਉਦੋਂ ਬਹੁਤ ਐਲੀਗੇਸ਼ਨ ਲੱਗਦੇ ਆ ਤੇ ਲਾਉਣਗੇ ਵੀ। ਮੈਨੂੰ ਉਹਨਾਂ ਤੇ ਇਹੀ ਉਮੀਦ ਸੀ ਵੀ ਉਹਨਾਂ ਨੇ ਇਹ ਕੰਮ ਕਰਨਾ ਵਾ, ਪਰ ਮੇਰਾ ਇਹਦੇ ਵਿੱਚ ਕੁਝ ਨਹੀਂ ਹੈਗਾ। ਗੁਰਦਾਸਪੁਰ ਦੇ ਪਿੰਡ ਚੰਦਰਪਾਨ ਵਿਖੇ ਕਿਸਾਨਾਂ ਵੱਲੋਂ ਕਿਸਾਨ ਮਹਾਪੰਚਾਇਤ ਕਰਵਾਈ ਗਈ, ਜਿਸ ਵਿੱਚ ਕਿਸਾਨ ਆਗੂ ਚੌਧਰੀ ਰਾਕੇਸ਼ ਟਕੈਤ, ਹਰਵਿੰਦਰ ਸਿੰਘ ਲੱਖੋਵਾਲ ਅਤੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਕੇਸ਼ ਟਕੈਤ ਅਤੇ ਹਰਵਿੰਦਰ ਲੱਖੋਵਾਲ ਨੇ ਕੇਂਦਰ ਸਰਕਾਰ ਨੂੰ MSP ਅਤੇ ਪੰਜਾਬ ਸਰਕਾਰ ਨੂੰ ਪਰਾਲੀ ਮੁੱਦੇ ਤੇ ਲਾਏ ਰਗੜੇ। ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਫੇਸਿੰਗ ਨੂੰ ਅੱਗੇ ਵਧਾਉਣ ਦੇ ਦਿੱਤੇ ਪ੍ਰਸਤਾਵ ਨੂੰ ਸਹੀ ਕਹਿੰਦੇ ਕਿਹਾ ਹੈ ਕੇਂਦਰ ਸਰਕਾਰ ਨੂੰ ਇਸ ਉੱਤੇ ਅਮਲ ਕਰਨਾ ਚਾਹੀਦਾ ਹੈ। देखो, आंदोलन तो ठीक चल रहा है। दिल्ली के आंदोलन से आज किसान बोलना सीख गया देश में, आज मजदूर बोलना सीख गया। जो नौजवान हैं उसके सामने क्या समस्या आएगी वो बोलना सीख गया। वो एक किस्म से ट्रेनिंग थी 13 महीने की, अब पूरी होगी। अब पूरे देश भर में अपनी बातों के लिए आंदोलन हो रहे हैं। हर जगह समस्या होती है तो मूवमेंट होता है, और आने वाले टाइम पे फिर एक बड़े आंदोलन की ज़रूरत पड़ेगी, क्योंकि सरकारें अपने काम से मुकर रही है। फसलों के दाम नहीं ठीक मिल रहे, बिजली की समस्या आएगी। जो बिजली अमेंडमेंट बिल है उसको ये लेकर फिर आगे हैं, ये समस्या आएगी। और इनका मेन टारगेट ये है कि किसान अपनी ज़मीन से कैसे बेदखल होगा। ये आने वाला टाइम पे ये दिक्कतें आएंगी। देखो, बड़ा सवाल भारत सरकार से रहता है, क्योंकि MSP गारंटी कानून वो भारत सरकार लेकर आएगी, उसी से ही किसानों को लाभ होगा। जब तक वो कानून नहीं बनेगा, C2+50 वाला फार्मूला जो स्वामीनाथन कमेटी की रिपोर्ट है वो लागू नहीं होगा, किसानों को फायदा होने वाला नहीं है। ਅੰਦੋਲਨ ਦੁਬਾਰਾ ਸ਼ੁਰੂ ਕਰਨ ਲਈ, ਕਿਉਂਕਿ ਜਿਹੜੀ ਸਰਕਾਰ ਸੀ ਸਾਡੇ ਨਾਲ ਵਾਅਦੇ ਕੀਤੇ ਸੀ ਉਹਨੇ ਵੀ ਅਸੀਂ MSP ਦੀ ਵੀ ਦੇਵਾਂਗੇ, ਪਰ ਉਹ MSP ਨੂੰ ਉਹਨਾਂ ਨੇ ਵਿੱਚ ਕਦੇ ਕਮੇਟੀ ਬਣਾ ਦਿਓ, ਕਦੇ ਕਮੇਟੀ 'ਚ ਅਸੀਂ ਨਹੀਂ ਗਏ ਹੈਗੇ, ਉਹਦੇ ਵਿੱਚ ਉਹਨਾਂ ਨੇ ਲਟਕਾ ਦਿੱਤਾ। ਤੇ 23 ਫਸਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ MSP ਦੇਵਾਂਗੇ, ਉਹ ਸਾਨੂੰ ਨਹੀਂ ਮਿਲੀ। ਅਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਦੀ ਜਿਹੜੀ ਅਸੀਂ ਤਿਆਰੀ
ਸ਼ੁਰੂ ਕੀਤੀ ਹੋਈ ਆ, ਜਿਹਦੇ ਤਹਿਤ ਅਸੀਂ 26 ਨਵੰਬਰ ਨੂੰ ਸਾਰੇ ਦੇਸ਼ ਦੇ ਵਿੱਚ ਰਾਜਪਾਲਾਂ ਨੂੰ ਜਿਹੜੇ ਮੰਗ ਪੱਤਰ ਦੇਵਾਂਗੇ। 14 ਤਰੀਕ ਨੂੰ ਅਸੀਂ 14 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚ ਮੀਟਿੰਗ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੀ, ਤੇ ਅਸੀਂ ਤਿਆਰੀ ਕਰ ਲਈ ਆ ਤੇ ਅਸੀਂ ਸਰਕਾਰ ਨੂੰ ਕਹਿ ਦਿੱਤਾ ਵੀ ਫੌਰਨ ਤੌਰ ਤੇ ਸਾਡੀਆਂ ਮੰਗਾਂ ਮੰਨੋ, ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਕੇ ਤੇ ਅਸੀਂ ਅਗਲੇ ਜਿਹੜੀ ਐਕਸ਼ਨ ਦੀ ਤੇ ਅਗਲੇ ਜਿਹੜੀ ਉਹਦੀ ਤਿਆਰੀ ਕਰਾਂਗੇ। ਤਰਨਤਾਰਨ ਜ਼ਿਲ੍ਹੇ ਹਲਕਾ ਖੰਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਨ ਨਜ਼ਦੀਕ ਬੁਲਟ ਮੋਟਰਸਾਈਕਲ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਸਵਾਰ 2 ਦੋਸਤਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦਾ ਦੁਖਦਾਈ ਪਹਿਲੂ ਇਹ ਵੀ ਰਿਹਾ ਕਿ ਮਰਨ ਵਾਲਿਆਂ ਵਿੱਚੋਂ ਇੱਕ ਨੌਜਵਾਨ ਦਾ ਕੁਝ ਦਿਨ ਬਾਅਦ ਹਜੇ ਵਿਆਹ ਹੋਣਾ ਸੀ ਤੇ ਉਹ ਕਾਰਡ ਬਣਨ ਜਾ ਰਿਹਾ ਸੀ, ਜਿਸ ਦੇ ਚੱਲਦਿਆਂ ਜਿੱਥੇ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ, ਉੱਥੇ ਇੱਕ ਮੁਹੱਲੇ ਦੇ 2 ਘਰਾਂ ਵਿੱਚ ਵਿਸ਼ੇ ਸੱਥਰਾਂ ਕਾਰਨ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਭਾਜੀ ਇੱਦਾਂ ਹੋਇਆ ਜੀ, ਮਜੀਠੇ ਤੋਂ ਚਰਨਜੀਤ ਸਿੰਘ son of ਸਤਨਾਮ ਸਿੰਘ ਤੇ ਪ੍ਰਦੀਪ son of ਗੁਰਦੀਪ ਸਿੰਘ, ਜਿਨ੍ਹਾਂ ਦੇ ਫਾਦਰ ਸਾਹਿਬ ਦੀ ਪਹਿਲਾਂ ਗੁਰਦੀਪ ਸਿੰਘ ਉਹਨਾਂ ਦੀ ਡੈਥ ਹੋ ਚੁੱਕੀ ਆ। ਤੇ ਇਹ ਚਰਨਜੀਤ ਦੀ ਮੈਰਿਜ ਸੀ, ਬਾਹਰ ਫੋਰਨ ਤੋਂ ਆਇਆ ਸੀ। ਇਹ ਆਪਣੇ ਫਰੈਂਡ ਨੂੰ ਵਿਆਹ ਦਾ ਕਾਰਡ ਦੇਣ ਵਾਸਤੇ ਜਾਮਾ ਰੋਡ ਸਾਈਡ ਜਾ ਰਿਹਾ ਸੀ, ਤਾਂ ਰਸਤੇ 'ਚ ਕੱਲ੍ਹ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਵਾ, ਟਰਾਲੀ ਦੇ ਨਾਲ ਕਿਤੇ ਵੱਜ ਗਿਆ। ਤੇ ਉਸ ਤੋਂ ਬਾਅਦ ਅਸੀਂ ਗੁਰੂ ਨਾਨਕ ਹਸਪੀਟਲ ਤਰਨਤਾਰਨ ਸਾਹਿਬ ਲੈ ਕੇ ਆਏ ਆ। ਉਸ ਤੋਂ ਬਾਅਦ ਪ੍ਰਦੀਪ ਨੂੰ KD ਹਸਪੀਟਲ ਅੰਮ੍ਰਿਤਸਰ ਲਿਜਾਇਆ ਗਿਆ, ਉੱਥੇ ਉਹਦੀ ਜਾਂਦੇ ਡੈਥ ਹੋ ਗਈ ਆ। ਤੇ ਇਹਨੂੰ ਵੀ ਸ਼ਾਮੀ ਚਰਨਜੀਤ ਨੂੰ ਲੈ ਕੇ ਗਏ ਅੰਮ੍ਰਿਤਸਰ ਫੋਰਟਿਸ ਹਸਪੀਟਲ, ਉੱਥੇ ਵੀ। ਅੱਜ ਹੁਸ਼ਿਆਰਪੁਰ ਵਿਖੇ ਚੌਂਕੀਦਾਰ ਯੂਨੀਅਨ ਦੇ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੌਂਕੀਦਾਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਨੇ, ਫਿਰ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ, ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਜਿਹੜਾ ਧਰਨਾ ਲਾ ਰਿਹਾ ਹੈ ਤੇ ਅੱਜ ਜਿਹੜਾ ਆ ਵੀ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦੇ ਕਾਫੀ ਚਿਰਾਂ ਤੋਂ ਮੰਗਾਂ ਜਿਹੜੀਆਂ ਉਹ ਲਮਕ ਰਹੀਆਂ ਆ। ਔਰ ਦੇਖੋ ਉਹਨਾਂ ਦਾ ਜਿਹੜਾ ਮਾਣ ਭੱਤਾ ਆ ਪਹਿਲਾਂ 800 ਸੀ, ਹੁਣ 1250 ਆ। ਅੱਜ ਦੀ ਮਹਿੰਗਾਈ ਦੇ ਤੌਰ ਤੇ ਉਹਨਾਂ ਦੇ ਇਸ 1250 ਰੁਪਏ ਦੇ ਨਾਲ ਨਾ ਚੁੱਲ੍ਹਾ ਤਪਦਾ, ਨਾ ਉਹਨਾਂ ਦੇ ਬੱਚਿਆਂ ਦੀ ਕੋਈ ਫੀਸ ਆ, ਨਾ ਉਹਨਾਂ ਦੀ ਕੋਈ ਤੰਦਰੁਸਤੀ ਆ, ਨਾ ਉਹਨਾਂ ਦੇ ਘਰ ਦਾ ਕੋਈ ਰੋਟੀ ਪਾਣੀ ਦਾ ਚੱਲਦਾ। ਇਸ ਕਰਕੇ ਸਾਡੀਆਂ ਜੋ ਮੰਗਾਂ ਸੀਗੀਆਂ, ਅਸੀਂ ਇਹਨਾਂ ਦੀਆਂ ਮੰਗਾਂ ਸੀਗੀਆਂ ਵੀ ਇਹਨਾਂ ਨੂੰ ਇੱਕ ਵਰਦੀ ਦਿੱਤੀ ਜਾਵੇ, ਬੂਟ ਦਿੱਤੇ ਜਾਣ, ਔਰ ਜਿਹੜਾ ਜਨਮ ਮੌਤ ਦਾ ਸਰਟੀਫਿਕੇਟ ਦਾ ਇਹਨਾਂ ਕੋਲ ਅੱਗੇ ਰਜਿਸਟਰ ਸੀ ਉਹ ਵੀ ਲੈ ਲਿਆ ਗਿਆ, ਕਿਉਂਕਿ ਉਹ ਲੋਕਾਂ ਦੀ ਔਰ ਪੁਲਿਸ ਦੀ ਇੱਕ ਦੂਜੇ ਨਾਲ ਇਹਨਾਂ ਦੀ ਇੱਕ ਮਿਲਣੀ ਸੀਗੀ। ਔਰ ਹਰ ਮਹੀਨੇ ਦੇ ਵਿੱਚ ਕਿਸੇ ਦੇ ਜੰਮਿਆ ਮਰਿਆ ਜਾਂ ਜੋ ਵੀ ਸੀਗਾ ਉਹ ਸਾਰਾ ਕੁਝ ਸਾਹਮਣੇ ਆਉਂਦਾ ਸੀਗਾ। ਔਰ ਮੁੜ ਕੇ ਇਹਨਾਂ ਨੂੰ ਇੱਕ ਕਿਹਾ ਵੀ ਜਿਹੜੀਆਂ ਸਾਡੀਆਂ ਮੰਗਾਂ ਆ ਉਸ ਤੌਰ ਤੇ ਹਰਿਆਣੇ ਦੇ ਤੌਰ ਤੇ 7500 ਰੁਪਇਆ ਮਿਲ ਰਿਹਾ ਚੌਂਕੀਦਾਰਾਂ ਨੂੰ। ਹਰਿਆਣਾ ਸਾਡੇ ਗੁਆਂਢ ਦੀ ਆ ਔਰ ਉੱਥੇ ਮਹਿੰਗਾਈ ਦੀ ਇੰਨੀ ਕੁ ਦੂਜੀ ਆ ਵੀ ਜਿਹੜਾ ਘਰ ਦੇ ਚਲਾਉਣੀ ਬਹੁਤ ਔਖੀ ਆ। ਇਸ ਕਰਕੇ ਤੇ 4 ਸਾਲ ਤੋਂ ਇਹਨਾਂ ਦੀਆਂ ਮੰਗਾਂ ਇਸੇ ਤਰ੍ਹਾਂ ਲਮਕ ਰਹੀਆਂ। ਪਹਿਲਾਂ ਇੱਥੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਇਸੇ ਹੀ ਜਿੰਪੇ ਨਾਲ ਗੱਲਬਾਤ ਵੀ ਹੋ ਗਈ ਆ ਔਰ ਇਹ ਮੰਨ ਵੀ ਗਏ ਆ ਔਰ ਨੋਟੀਫਿਕੇਸ਼ਨ ਨਹੀਂ ਕਰ ਰਹੇ ਇਹਨਾਂ ਦੀਆਂ ਮੰਗਾਂ ਦੀਆਂ, ਕਿਉਂਕਿ ਇੱਕ ਬੂਟਾਂ ਦੀ ਗੱਲ ਆ, ਵਰਦੀ ਦੀ ਗੱਲ ਆ, ਇੱਕ ਹਥਿਆਰ ਦੀ ਗੱਲ ਆ ਔਰ 1250 ਤੋਂ 7500 ਰੁਪਏ ਦੀ ਗੱਲ ਆ। ਵੀ ਸਾਡੀ ਜੋ ਇੰਨੀ ਮਹਿੰਗਾਈ ਦੇ ਤੌਰ ਤੇ ਜੋ ਵੀ ਆ ਮਹਿੰਗਾਈ ਜਿਤਨੀ ਕੀ ਵੱਧ ਗਈ ਆ, 15 ਰੁਪਏ ਦਾ ਅੱਜ ਚਾਹ ਦਾ ਕੱਪ ਮਿਲ ਰਿਹਾ ਆ ਔਰ ਇਹਨਾਂ ਦੀ ਜਿਹੜੀ ਰੋਜ਼ ਦੀ ਆ ਉਹ 40 ਰੁਪਏ 33 ਪੈਸੇ, ਉਹ ਚਾਹ ਦਾ ਨਹੀਂ ਚੱਲਦਾ। ਇਸ ਕਰਕੇ ਸਾਡੀਆਂ ਮੰਗਾਂ ਅਸੀਂ ਇਹ ਪੱਕਾ ਧਰਨਾ ਇੱਥੇ ਲਾਵਾਂਗੇ, 1 ਹਫ਼ਤਾ ਧਰਨਾ ਲਾਵਾਂਗੇ। ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਹ ਤੋਂ ਵੀ ਅਸੀਂ ਤਿੱਖਾ ਸੰਘਰਸ਼ ਕਰਾਂਗੇ, ਮੰਗਾਂ ਮਨਾ ਕੇ ਰਹਾਂਗੇ। ਇਸ ਕਰਕੇ ਸਾਡਾ ਇਹ ਧਰਨਾ ਇਸ ਕਰਕੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਤੇ ਜਗਤ ਜੋਤੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜੱਸਾ ਰੰਧਾਵਾ ਦੇ ਮੁਖੀ ਪੰਥ ਪ੍ਰਸਿੱਧ ਵਿਦਵਾਨ ਮਹਾਂਪੁਰਖ ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲਿਆਂ ਦੀ ਅਗਵਾਈ ਹੇਠ ਸ਼ਹੀਦਾਂ ਦੀ ਪਾਵਨ ਧਰਤੀ ਜੱਸਾ ਰੰਧਾਵਾ ਦੇ ਮੁੱਖ ਸਥਾਨ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਠੀਕ ਗੁਰੂ ਮਹਾਰਾਜ ਦੇ ਮੱਥਾ ਟੇਕਣਾ ਹੈ, ਪੋਲੀਟੀਕਲ ਗੱਲਾਂ ਬਾਅਦ ਚ ਕਰਾਂਗੇ। ਇਹ ਜਿਹੜੀ ਪਵਿੱਤਰ ਜਗ੍ਹਾ ਪਵਿੱਤਰ ਸਥਾਨ ਆ, ਇੱਥੇ ਗੁਰੂ ਮਹਾਰਾਜ ਦੀਆਂ ਅਸੀਸਾਂ ਲਈ ਜਾਂਦੀਆਂ, ਉਹਨਾਂ ਦਾ ਆਸ਼ੀਰਵਾਦ ਲਿਆ ਜਾਂਦਾ। ਅੱਜ ਸਮਾਗਮ ਸੀ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਤੇ ਗੁਰਤਾ ਗੱਦੀ ਦਾ, ਉਹਨੂੰ ਸਮਰਪਿਤ ਉਸੇ ਵਿਸ਼ੇ ਤੇ ਹੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਦਸਮ ਪਾਤਸ਼ਾਹ ਦੀਆਂ ਕਰਨੀਆਂ ਤੇ ਕੁਰਬਾਨੀਆਂ ਤੇ ਅਮਲ ਕਰੋ। ਜੋ ਕੁਛ ਉਹਨਾਂ ਨੇ ਸਾਨੂੰ ਜੀਵਨ ਜਾਂਚ ਅਪਣਾਉਣ ਲਈ ਬੇਨਤੀ ਕੀਤੀ ਆ, ਹੁਕਮ ਦਿੱਤੇ ਨੇ, ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਸੰਗਤ ਨੂੰ ਅਪਣਾਈਏ
ਤੇ ਗੁਰੂ ਸਾਹਿਬ ਜੀ ਦਾ ਮਿਸ਼ਨ ਆ ਉਹਨੂੰ ਜਿਉਂਦਾ ਰੱਖਣ ਲਈ ਉਹਦੀ ਬਖਸ਼ੀ ਹੋਈ ਬਾਣੀ ਉਹਦੀ ਸੰਭਾਲ ਕਰੀਏ, ਜਿਹੜੀ ਅੱਜ ਸਾਡੀ ਪ੍ਰਬੰਧਕ ਕਮੇਟੀ ਨੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੂੰ ਸੌਂਪ ਛੱਡੀ ਹੈ। ਤੋ ਇੱਕ ਨੌਜਵਾਨਾਂ ਨੇ ਇਹੀ ਅਪੀਲ ਕੀਤੀ ਹੈ ਕਿ ਦਸਮ ਪਾਤਸ਼ਾਹ ਦੀਆਂ ਕੁਰਬਾਨੀਆਂ, ਉਹਨਾਂ ਦੇ ਬੱਚਿਆਂ ਦੀਆਂ ਕੁਰਬਾਨੀਆਂ, ਉਹਨਾਂ ਦੇ ਗੁਰਪਿਤਾ ਦੀ ਕੁਰਬਾਨੀ, ਉਹਨਾਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖ ਕੇ ਆਪਣੇ ਜੀਵਨ ਸੋਹਣੇ ਬਣਾਓ, ਕੇਸ ਰੱਖੋ, ਜਿਹੜੇ ਕੇਸਾਂ ਦੀ ਬੇਅਦਬੀ ਕਰਨ ਤੋਂ ਬਾਜ਼ ਆਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਬਤ ਸੂਰਤ ਦੀ ਵੈਲਿਊ ਬਹੁਤ ਪੈਣੀ ਆ, ਤੇ ਅਸੀਂ ਆਪਣੇ ਮਿਸ਼ਨ ਨੂੰ ਤਾਂ ਹੀ ਸੰਭਾਲ ਸਕਦੇ ਹਾਂ ਜੇ ਸਾਡੇ ਕੋਲ ਵੋਟ ਦਾ ਅਧਿਕਾਰ ਆਊਗਾ। ਭਾਈ ਸਾਹਿਬ ਇਲੈਕਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਆਪਣੀ ਕਾਰਗੁਜ਼ਾਰੀ ਕਿਵੇਂ ਰਹੇਗੀ? ਤੇ ਹੁਣ ਇਹ ਦੇਖੋ, ਬਾਦਲ ਜਿਹੜਾ ਹੈ ਇਹਨੇ ਜਿਹੜਾ ਬੀਜ ਬੀਜਿਆ ਉਹ 'ਚ ਜਿਹੜੇ ਹੁਣ ਅੰਗੂਰ ਫੁੱਟਣ ਡਿਆ, ਦੇਖੋ ਕਿਹੋ ਜਿਹਾ ਰਿਜ਼ਲਟ ਨਿਕਲਦਾ। ਬੀਬੀ ਜਗੀਰ ਕੌਰ ਦੀ ਜਿਹੜੀ ਮੁਖਾਲਫਤ ਆ ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਮੁਖਾਲਫਤ ਤੇ ਬਾਦਲ ਦੀ ਉਹ ਤੋਂ ਵੀ ਵੱਧ ਹੈ। ਜੇ ਬੀਬੀ ਉਹਦੇ ਖਿਲਾਫ ਹੋਊਗੀ ਤਾਂ ਉਹਦੀ ਘਟ ਜਾਊਗੀ, ਤੇ ਜੇ ਉਹਦੇ ਨਾਲ ਹੀ ਰਹੂਗੀ ਤੇ ਫਿਰ ਉਹ ਤੋਂ ਵੀ ਵੱਧ ਜਾਊਗੀ। ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿੱਚ ਰਾਹੁਲ ਗਾਂਧੀ ਦੇ ਤਰਫੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ ਤਹਿਤ ਪਰਸਰਾਮ ਨਗਰ ਵਿੱਚ ਵੀ ਕਾਂਗਰਸ ਪਾਰਟੀ ਦੇ ਤਰਫੋਂ ਭਾਰਤ ਜੋੜੋ ਯਾਤਰਾ ਕੱਢੀ ਗਈ। ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ। ਉਹਨਾਂ ਨੇ ਕਿਹਾ ਕਿ ਜੋ 2024 ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਹਨ, ਜੇਕਰ ਪਾਰਟੀ ਮੈਨੂੰ ਬਠਿੰਡਾ ਲੋਕ ਸਭਾ ਤੋਂ ਸੀਟ ਤੋਂ ਉਮੀਦਵਾਰ ਲਾਣੇਗੀ ਤਾਂ ਉਹ ਚੋਣ ਜ਼ਰੂਰ ਲੜੇਗੀ। ਭਾਰਤ ਜੋੜੋ ਯਾਤਰਾ ਜੋ ਰਾਹੁਲ ਗਾਂਧੀ ਜੀ ਨੇ ਸ਼ੁਰੂ ਕੀਤੀ ਹੈ, ਇਹ ਦੇਸ਼ ਭਰ ਦੇ ਵਿੱਚ ਉਹ 150 ਦਿਨਾਂ ਦੇ ਵਿੱਚ ਉਹਨਾਂ ਨੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਪੈਦਲ ਯਾਤਰਾ ਦੇ ਰਾਹੀਂ ਪੂਰਾ ਕਰਨਾ ਹੈ, ਤੇ ਉਹਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਪਹਿਲਾ ਪ੍ਰੋਗਰਾਮ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹੈ। ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਆਉਣ ਦੇ 1.5 ਮਹੀਨੇ ਦੇ ਵਿੱਚ ਕਰਾਂਗੇ, ਕਿਉਂਕਿ ਜਨਵਰੀ ਦੇ ਮੱਧ ਵਿੱਚ ਉਹਨਾਂ ਨੇ ਪਹੁੰਚਣਾ। ਉਦੋਂ ਪਹਿਲਾਂ ਮੇਰੀ ਸਾਰੇ ਬਠਿੰਡਾ ਵਾਸੀਆਂ ਅੱਗੇ ਬੇਨਤੀ ਹੈ ਕਿ ਜਿਹੜੀ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ ਹੈ ਔਰ ਜਿਸ ਮੰਤਵ ਦੇ ਨਾਲ ਸ਼ੁਰੂ ਕੀਤੀ ਹੈ, ਦੇਸ਼ ਦੀ ਅਖੰਡਤਾ, ਧਰਮ ਨਿਰਪੱਖਤਾ, ਦੇਸ਼ ਦਾ ਸੰਵਿਧਾਨ, ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਕਾਇਮ ਰੱਖਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤੇ ਮੈਂ ਸਭ ਨੂੰ ਇਹ ਬੇਨਤੀ ਕਰੂੰਗੀ ਕਿ ਵੱਧ ਤੋਂ ਵੱਧ ਰਾਹੁਲ ਗਾਂਧੀ ਜੀ ਦੀ ਸਪੋਰਟ ਕਰੋ ਤੇ ਇਹਦੇ ਵਿੱਚ ਆਪਦੀ ਸ਼ਮੂਲੀਅਤ ਪਾਓ। ਦੇਖੋ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੇਖੋਗੇ ਕਿ ਜਦੋਂ ਕੋਈ ਪਾਰਟੀ ਇਲੈਕਸ਼ਨਸ ਹਾਰਦੀ ਹੈ ਨਾ, ਤਾਂ ਉਹਦੇ ਵਿੱਚ ਤਕਲੀਫਾਂ ਆਉਂਦੀਆਂ ਹੀ ਹੈ। ਲੋਕ ਜਦੋਂ ਵਹਿੰਦੀ ਗੰਗਾ ਦੇ ਵਿੱਚ ਹਰੇਕ ਬੰਦਾ ਕਹਿੰਦਾ ਕਿ ਮੈਂ ਵੀ ਇੱਧਰ ਨੂੰ ਤੁਰ ਜਾ, ਹੁਣ ਆਪ ਦੀ ਸਰਕਾਰ ਬਣ ਗਈ, ਤਾਂ ਇਹ ਹਰ ਜਦੋਂ ਨਵੀਂ ਸਰਕਾਰ ਬਣਦੀ ਹੈ, ਪੁਰਾਣੀ ਜਿਹੜੀ ਜਾਣ ਵਾਲੀ ਸਰਕਾਰ ਹੁੰਦੀ ਹੈ, ਉਹਨੂੰ ਇਹ ਮੁਸ਼ਕਿਲਾਂ ਆਉਂਦੀਆਂ ਹੀ ਆਉਂਦੀਆਂ। ਪਰ ਤੁਸੀਂ ਬੇਫਿਕਰ ਰਹੋ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹ ਪ੍ਰੋਬਲਮਸ ਖਤਮ ਕਰ ਦਿਆਂਗੇ। ਹਰ ਇੱਕ ਮੁਸੀਬਤ ਦਾ ਹੱਲ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਖਤਮ ਕਰਕੇ ਵਿਖਾ ਦਿਆਂਗੇ ਇਹਨੂੰ। ਮੇਰਾ ਵਾਅਦਾ ਹੈ ਤੁਹਾਡੇ ਨਾਲ। ਮੈਡਮ, ਕੀ ਹੈ ਅੰਮ੍ਰਿਤਾ ਵੜਿੰਗ ਲੋਕ ਸਭਾ ਦੇ ਕੈਂਡੀਡੇਟ ਹੋਣਗੇ ਬਠਿੰਡਾ? ਇਹ ਸਮਾਂ ਦੱਸੂਗਾ, ਜੇ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕੀਤਾ ਤਾਂ ਇਹ ਉਹਨਾਂ ਤੇ ਡਿਪੈਂਡ ਕਰਦਾ। ਤੁਹਾਡੇ ਵੀ ਨਹੀਂ ਤਿਆਰੀਆਂ ਜੀ? ਹਜੇ ਇਸ ਬਾਰੇ ਮੈਂ ਕੁਝ ਨਹੀਂ ਕਹੂੰਗੀ। ਜੇ ਹਾਈ ਕਮਾਂਡ ਨੇ ਕਿਹਾ ਤਾਂ ਡੈਫੀਨਿਟਲੀ ਉਦੋਂ ਸੋਚਾਂਗੇ ਇਸ ਚੀਜ਼ ਬਾਰੇ। ਠੀਕ ਹੈ, ਥੈਂਕ ਯੂ ਭੈਣ ਜੀ। ਗਗਨ ਜੀ ਇੱਧਰ, ਸੰਦੀਪ ਵੀਰੇ, ਜਿਹੜਾ ਪਲਾਨ ਬਣਿਆ ਹੋਊਗਾ, ਮੈਂ ਦੱਸਿਆ ਕਿ ਪਹੁੰਚਣਗੇ ਬਠਿੰਡੇ। ਮੈਂ ਇਹ ਨਹੀਂ ਕਿਹਾ ਕਿ ਇਕੱਲਾ ਲੁਧਿਆਣੇ ਆਉਣਗੇ, ਮੈਂ ਇਹ ਕਿਹਾ ਕਿ ਲੁਧਿਆਣੇ ਪੰਜਾਬ ਦੇ ਵਿੱਚ ਪਹਿਲਾ ਸਿਟੀ ਲੁਧਿਆਣਾ ਹੈ ਤੇ ਉਹ ਜਨਵਰੀ ਦੇ ਮੱਧ ਵਿੱਚ ਪਹੁੰਚਣਗੇ। ਮੈਂ ਟਾਈਮ ਦੱਸਿਆ ਹੈ। ਦੀਵਾਲੀ ਦੀ ਰਾਤ ਇੱਕ ਵਿਧਵਾ ਔਰਤ ਦੀ ਲਾਪਤਾ ਨਾਬਾਲਗ ਬੇਟੀ ਦੇ ਨਾ ਮਿਲਣ ਨਾਲ ਅੱਜ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਥਾਣੇ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਸ਼ਖਸ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੀ ਬੇਟੀ ਨੂੰ ਪਰਿਵਾਰ ਕੋਲ ਸੌਂਪਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਵਾਲਮੀਕ ਧਰਮ ਸਮਾਜ ਸੰਗਠਨ ਤੋਂ ਜ਼ਿਲ੍ਹਾ ਪ੍ਰਧਾਨ, ਨਾਮ ਮੇਰਾ ਪ੍ਰਵੀਨ ਕੌਰ। ਇਹਨਾਂ ਦਾ ਭੈਣ ਦਾ ਮਸਲਾ ਕਿ ਇਹਨਾਂ ਦੀ ਜਿਹੜੀ ਗੁੜੀਆ ਦੀਵਾਲੀ ਵਾਲੇ ਦਿਨ ਤੋਂ ਘਰ ਤੇ ਗਾਇਬ ਸੀ, ਤੇ ਇਹਨਾਂ ਨੇ ਜਿਹੜਾ ਕਿ ਨਿਖਲ ਨਾਮ ਦਾ ਲੜਕਾ ਵਾ ਅਜਨਾਲੇ ਤੋਂ, ਗੋਪਾਲ ਨਗਰ ਤੋਂ, ਅਸ਼ੋਕ ਕੁਮਾਰ ਦਾ ਬੇਟਾ ਅਸ਼ੋਕ ਕੁਮਾਰ ਜਿਹੜਾ ਉਹ ASI ਆ, ਤੇ ਉਹਦੇ ਬੇਟੇ ਦੇ ਨਾਲ ਜਿਹੜਾ ਵਾ ਲੜਕੀ ਘਰੋਂ ਗਾਇਬ ਆ। ਤੇ ਇਹਨਾਂ ਦੀ ਜਿਹੜੀ ਕੋਈ ਵੀ ਸੁਣਵਾਈ ਨਹੀਂ ਹੋਈ। ਅਜਨਾਲੇ ਥਾਣੇ ਵਿੱਚ ਜਿਹੜੀ ਇਹਨਾਂ ਦੀ ਦਰਖਾਸਤ ਚੱਲ ਰਹੀ ਸੀ। ਅੱਜ ਸਾਡੇ ਕੋਲ ਆਏ, ਸਾਡੇ ਮੁੱਖ ਦਫ਼ਤਰ ਵਿਸ਼ਵ ਵਾਲਮੀਕ ਧਰਮ ਸਮਾਜ ਸੰਗਠਨ ਦੇ, ਤੇ ਜਿਹੜਾ ਵਾ ਅੱਜ ਅਸੀਂ ਇੱਥੇ ਧਰਨਾ ਲਗਾਇਆ ਅਜਨਾਲੇ ਥਾਣੇ। SHO ਸਾਹਿਬ ਨੇ ਜਿਹੜਾ ਵਿਸ਼ਵਾਸ ਦਿਵਾਇਆ ਵਾ ਕਿ ਜੋ ਵੀ ਉਹਨਾਂ ਦੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਬਕਾਇਦਾ ਉਹਨਾਂ ਨੇ ਜਿਹੜਾ ਕਿ ਪਰਚੇ ਦਰਜ ਕਰਤੇ ਆ, ਤੇ ਉਹਨਾਂ ਕਿਹਾ ਕਿ ਜਿਹੜਾ ਲੜਕੀ ਆ ਤੁਹਾਨੂੰ ਵਾਪਸ ਦਿੱਤੀ ਜਾਏਗੀ। ਬੇਟੀ ਦੀਵਾਲੀ ਵਾਲੇ ਦਿਨ ਦੀ ਲਾਪਤਾ ਹੋਈ ਆ। ਨਿਕਲ ਨੇ ਭਾਗੇ ਖੜਿਆ ਮੋਟਰਸਾਈਕਲ ਤੇ,
ਉਹਨਾਂ ਦਾ ਬੇਟਾ ਮਤਲਬ ਸ਼ੋਕ ਕੁਮਾਰ ਦਾ ਬੇਟਾ ਹੈ ਨਿਕਲ, ਤੇ ਮੈਂ ਉਦੋਂ ਦੀਵਾਲੀ ਵਾਲੇ ਦਿਨ ਉਹਨਾਂ ਦੇ ਘਰੇ ਵੀ ਗਈ ਸੀ, ਤੇ ਉਹਨਾਂ ਨੇ ਮਤਲਬ ਕਿਹਾ ਕਿ ਜੋ ਕਰਨਾ ਤੁਸੀਂ ਕਰ ਲਓ, ਤੇ ਮੈਂ ਖੜੀ ਤੇ ਖੜੀ ਆ। ਕਿੰਨੀ ਉਮਰ ਕੁੜੀ ਦੀ? 16 ਸਾਲ ਦੀ ਜੋ। ਹਾਂਜੀ, ਤੇਰੇ ਘਰ ਵਾਲੇ ਕਰਦਾ? ਉਹਨਾਂ ਦੀ ਡੈਥ ਹੋ ਗਈ ਜੋ 6 ਸਾਲ ਹੋ ਗਏ। ਹਾਂਜੀ, ਮੇਰੇ 2 ਬੇਟੇ ਬੇਟੀ ਤੇ ਮੈਂ ਹੀ ਰਹਿੰਦੀ ਆਪਣੇ ਘਰ 'ਚ, ਹੋਰ ਕੋਈ ਨਹੀਂ ਹੈ। ਮੰਗ ਕੀ ਕਰਦੇ ਹੋ? ਮੰਗ ਇਹ ਕੀਤੀ ਜਾਵੇ ਕਿ ਮੇਰੀ ਬੇਟੀ ਵਾਪਸ ਕੀਤੀ ਜਾਵੇ, ਤੇ ਉਹਨਾਂ ਦੇ ਕਾਰਵਾਈ ਸਖਤ ਹੋਣੀ ਚਾਹੀਦੀ ਆ, ਬਸ ਮੈਂ ਇਹੀ ਚਾਹੁੰਦੀ ਹਾਂ। ਇਸ ਤਰ੍ਹਾਂ ਸੀਗਾ ਵੀ ਇੱਕ ਲੜਕੀ ਆ ਜੀ, ਉਹਨਾਂ ਦੇ ਵਾਰਸਾਂ ਨੇ ਦੱਸਿਆ ਵੀ ਉਹ ਲਾਪਤਾ ਵਾ, ਤੇ ਇਹਦੇ ਸਬੰਧ 'ਚ ਅਸੀਂ ਉਹਨਾਂ ਦੇ ਸਟੇਟਮੈਂਟ ਲਿਖ ਲਈ ਆ, ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਆਰੋਪ ਕੀ ਲਗਾਏ? ਆਰੋਪ ਇਹੀ ਹੈ ਜੀ ਵੀ ਉਹ ਘਰੋਂ ਅਗਵਾ ਕਰਕੇ ਲੈ ਕੇ ਆਏ ਨੇ ਜੀ, ਤੇ ਜੋ ਵੀ ਦੇ ਹੋਣਗੇ ਉਹਦੇ ਮੁਤਾਬਕ ਅਸੀਂ ਉਹਦਾ ਮੁਕੱਦਮਾ ਦਰਜ ਕਰਕੇ ਤਾਂ ਕੋਈ ਕਾਰਵਾਈ ਅਮਲ 'ਚ ਲਿਆ ਰਹੇ ਜੀ। 3 ਘੰਟੇ ਬੀਤਣ ਤੋਂ ਬਾਅਦ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। 7 ਤੋਂ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ। ਮੌਕੇ ਤੇ ਪੁੱਜੇ ਨਗਰ ਨਿਗਮ ਮੋਗਾ ਦੇ ਮੇਅਰ ਨਿਤਿਕਾ ਭੱਲਾ ਨੇ ਕਿਹਾ ਕਿ ਇੱਕ ਵਾਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਲੱਗੀ ਭਿਆਨਕ ਅੱਗ। ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਇੰਨੀ ਸੰਘਣੀ ਆਬਾਦੀ ਵਿੱਚ ਕਬਾੜ ਦੀਆਂ ਦੁਕਾਨਾਂ ਨਾ ਖੋਲ੍ਹਣ। ਮਾਰਨਿੰਗ ਦੇ ਵਿੱਚ ਜੀ 9 ਵਜੇ ਦੇ ਕਰੀਬ ਹੀ ਅੱਜ ਖਬਰ ਮਿਲੀ ਹੈ ਕਿ ਅੰਗਦਪੁਰਾ ਮੁਹੱਲਾ ਦੇ ਵਿੱਚ ਇਮੀਡੀਏਟ ਫਾਇਰ ਲੱਗ ਗਈ ਹੈ। ਅਸੀਂ ਇਮੀਡੀਏਟ ਹੀ, ਸਾਡੇ ਕੌਂਸਲ ਸਾਹਿਬ ਵੀ ਇੱਥੇ ਪਹੁੰਚੇ, ਸਾਡੀ ਟੀਮ ਪੂਰੀ ਆਪਣੀਆਂ ਗੱਡੀਆਂ ਲੈ ਕੇ ਇੱਥੇ ਹਾਜ਼ਰ ਹੈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਅੱਗ ਦੇ ਉੱਪਰ ਕੰਟਰੋਲ ਪਾ ਲਿਆ ਜਾਏਗਾ। ਸੰਘਣੀ ਆਬਾਦੀ ਦੇ ਵਿੱਚ ਕਬਾੜ ਦੀਆਂ ਦੁਕਾਨਾਂ ਬਣਾਈਆਂ ਜਾਂਦੀਆਂ, ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਗਲਤ। ਬਿਲਕੁਲ ਜੀ, ਇਹ ਹੋਣੀ ਚਾਹੀਦੀ ਹੈ ਵੈਸੇ ਇੱਥੇ, ਤਾਂ ਹੀ ਇੱਕ ਗੱਡੀਆਂ ਟਾਈਟ ਵੀ ਜਗ੍ਹਾ ਵੀ ਇੱਥੇ ਬਹੁਤ ਹੈ, ਟਾਈਟ ਹੈ। ਪਿੱਛੇ ਇੱਕ ਟੈਂਟ ਲੱਗਿਆ ਹੋਣ ਕਰਕੇ ਵੀ ਸਾਡੀ ਗੱਡੀ ਨੂੰ ਵੀ ਕਾਫੀ ਪ੍ਰੋਬਲਮ ਆਈ ਉਧਰੋਂ ਇੱਧਰ ਆਉਣ ਦੇ ਵਿੱਚ। ਜੀ ਜਿਹੜੀ ਇੱਥੇ ਅੱਗ ਲੱਗੀ ਹੋਈ ਹੈ, ਮੇਰੇ ਖਿਆਲ ਪਿਛਲੇ 1.5 ਘੰਟੇ ਤੋਂ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਲੱਗੇ ਹੋਏ ਆਪਦਾ ਪੂਰਾ ਜ਼ੋਰ ਲਗਾ ਰਹੇ ਕਿ ਅੱਗ ਦੇ ਕਾਬੂ ਕੀਤਾ ਜਾਵੇ, ਪਰ ਅੰਦਰ ਸੁੱਕਾ ਕਬਾੜ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਭਖ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕੀ ਮੰਜ਼ਰ ਹੈ, 2-2 3-3 ਪਾਈਪਾਂ ਲੱਗੀਆਂ, ਹਾਈਡਰੈਂਟ ਵਾਲ ਲੱਗੇ ਹੋਏ ਹੈ, ਬਟ ਕੰਟਰੋਲ ਹੋ ਜਾਊਗਾ, ਥੋੜਾ ਟਾਈਮ ਲੱਗੂਗਾ ਜੀ ਇਸ ਕੰਮ ਨੂੰ। ਨੁਕਸਾਨ ਕਿੰਨਾ ਕੁ? ਨੁਕਸਾਨ ਤਾਂ ਜੀ ਬਹੁਤ ਹੋ ਜਾਣਾ ਜੀ, ਕਬਾੜ ਦਾ ਕੰਮ ਹੈ ਜੀ, ਇਹ ਤਾਂ ਬੇਕਾਰ ਹੀ ਹੋ ਜਾਣਾ ਗਰੀਬ ਬੰਦੇ ਦਾ ਜੀ। ਅੱਜ ਪੰਚਕੂਲਾ ਹਰਿਆਣਾ ਵਿੱਚ ਇੱਕ ਔਰਤ ਦੁਆਰਾ ਇੱਕ ਨੌਜਵਾਨ ਨੂੰ ਬਲੈਕਮੇਲ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਪੁਲਿਸ ਮੁਤਾਬਕ ਦੋਸ਼ੀ ਔਰਤ ਪਹਿਲਾਂ ਇਸ ਸ਼ਖਸ ਕੋਲ ਨੌਕਰੀ ਕਰਦੀ ਸੀ ਅਤੇ ਉਸ ਤੋਂ ਬਾਅਦ ਕਿਸੇ ਗਲਤ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ 50 ਲੱਖ ਰੁਪਏ ਮੰਗ ਰਹੀ ਸੀ। ਬਹਰਾਲੇ ਸੌਦਾ 25 ਲੱਖ ਵਿੱਚ ਤੈਅ ਹੋ ਗਿਆ ਸੀ, ਪਰ ਸ਼ਿਕਾਇਤ ਦੇ ਆਧਾਰ ਤੇ ਇਸ ਔਰਤ ਨੂੰ 1 ਲੱਖ ਦੀ ਕਰੰਸੀ ਸਮੇਤ ਕਾਬੂ ਕਰ लिया गया। हमारे पास एक कंप्लेंट आई थी ब्लैकमेलिंग की। हरजिंदर सिंह के नाम के व्यक्ति ने कंप्लेंट दे दी, एक महिला उसको ब्लैकमेल कर रही है और उससे पैसे मांग रही है 25 लाख रुपया। इस बंद में हमने उसको FIR रजिस्टर करके मौके से अपना जो महिला थी उसको मौके से पकड़ लिया था और उसको अपना अरेस्ट करके और अपना उसको अभी जुडिशल भेज दी गई है। तो मौके से जो पैसे थे, पैसे भी रिकवर हुए थे 1 लाख रुपया। सर कितना पैसा रिकवर किया सर? मौके पे 1 लाख रुपया उससे वो ले रही थी, तो 1 लाख रुपया रिकवर हुआ था मौके से। सर किस चीज़ के लिए ब्लैकमेल कर रही थी सर? ब्लैकमेल किसी उसकी जान पहचान थी, कोई पहले उनके कोई एम्प्लॉई थी, उसकी जान पहचान थी उसकी महिला कर्मचारी, महिला की उसके कंप्लेनेंट के साथ। तो उसको गलत किसी अपना मुकदमे में फंसाने की धमकी दे रही थी, तो उसकी एवज में वो पैसे मांग रही थी। सर बताया जा रहा है 50 लाख की डिमांड की जा रही थी, 25 में डील हुई थी। और ये 25 लाख रुपए तक इनकी डील हुई थी कि 25 लाख रुपया दे दो, नहीं अदरवाइज़ मैं आपकी कंप्लेंट करूँगी, तो आपको मैं गलत किसी FIR रजिस्टर करवा दूँगा आपके खिलाफ। इस संबंध में ब्लैकमेलिंग के संबंध में हमारे पास कंप्लेंट आई थी। हमने इमीडिएटली FIR दर्ज करके और हम मौके पे जाके जो महिला थी जो पैसे की डिमांड कर ली, उसको मौके पे अरेस्ट कर लिया था। ਅੱਜ ਲੁਧਿਆਣਾ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਪ੍ਰੇਮੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਖੇਤਰ ਵਿੱਚ ਸਤਸੰਗ ਸੀ ਅਤੇ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਇਸੇ ਰੋਸ ਵਿੱਚ ਉਹਨਾਂ ਨੇ ਅੱਜ ਚੱਕਾ ਜਾਮ ਕਰ ਦਿੱਤਾ। ਉਹਨਾਂ ਮੰਗ ਪੱਤਰ ਸੀ ਕਿ ਤੁਰੰਤ ਬਲਾਤਕਾਰੀ ਬਾਬੇ ਦੀ ਜ਼ਮਾਨਤ ਖਾਰਜ ਕਰਕੇ ਅੰਦਰ ਡੱਕਿਆ ਜਾਵੇ। ਜਥੇਬੰਦੀਆਂ ਵੱਲੋਂ ਇੱਥੇ ਜਲਾਲ ਅੱਡੇ ਦੇ ਵਿੱਚ ਧਰਨਾ ਲਾਇਆ ਗਿਆ ਸੀਗਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਨੇ ਮੰਗ ਪੱਤਰ ਤਹਿਸੀਲਦਾਰ ਸਾਹਿਬ ਨੂੰ ਇੱਥੇ ਮੌਕੇ ਤੇ ਦੇ ਦਿੱਤਾ ਤੇ ਹੁਣ ਇਸ ਗੱਲ ਤੇ ਰਾਜੀਨਾਮਾ ਹੋ ਗਿਆ ਤੇ ਹੁਣ ਆ ਜਿਹੜਾ ਧਰਨਾ ਇੱਥੋਂ ਚੱਕਣ ਵਾਸਤੇ ਰਾਜੀ ਹੋ ਗਿਆ। ਸਬ ਡਿਵੀਜ਼ਨ ਜਲਾਲਾਬਾਦ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਇੱਕ ਛਾਪਾ ਮਾਰ ਕੇ 8000 ਲੀਟਰ ਲਾਹਣਾ ਤੇ 500 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸ ਬਾਰੇ ਬੋਲਦਿਆਂ DSP ਅਤੁਲ ਸੋਨੀ ਨੇ ਕਿਹਾ ਕਿ ਇਹ ਕਾਰਵਾਈ ਪੁਲਿਸ ਮਹਿਕਮੇ ਨੇ ਐਕਸਾਈਜ਼ ਮਹਿਕਮੇ ਨਾਲ ਮਿਲ ਕੇ ਕੀਤੀ ਹੈ।
ਅੱਜ ਮਹਾਲਮ ਪਿੰਡ ਦੇ ਵਿੱਚ ਜਿਹੜਾ ਕਿ ਜਲਾਲਾਬਾਦ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਜਿਹਦੇ ਵਿੱਚ ਸ਼ਰਾਬ ਦਾ ਕਾਫੀ ਬੋਲਬਾਲਾ ਸੀਗਾ ਕਾਫੀ ਦੇਰ ਤੋਂ, ਤੇ ਪਿਛਲੇ 3-4 ਮਹੀਨਿਆਂ ਦੇ ਵਿੱਚ ਅਸੀਂ ਕੰਟੀਨਿਊਸਲੀ ਇੱਥੇ ਜਿਹੜੀ ਪ੍ਰੀਕਾਸ਼ਨ ਦੇ ਤੌਰ ਤੇ ਰੇਡ ਲੈ ਰਹੇ ਤੇ ਅੱਜ ਵੀ ਉਸੇ ਤਰੀਕੇ ਨਾਲ ਰੇਡ ਸੀਗੀ ਤੇ ਜਿਸ ਕੋਈ ਸਾਡੇ 70 ਮੁਲਾਜ਼ਮ ਜਿਹੜੇ ਸੀਗੇ ਸਬ ਡਿਵੀਜ਼ਨ ਦੇ ਉਹ ਸੀਗੇ ਨਾਲ। ਰਿਕਵਰੀ ਦੇ ਵਿੱਚ 8000 ਜਿਹੜੀ ਲੀਟਰ ਹੈਗੀ ਉਹ ਲਾਨ ਜਿਹੜੀ ਹੈਗੀ ਬਰਾਮਦ ਹੋਈ ਹੈ, ਇਲੀਗਲ ਲਾਨ ਜਿਹਨੂੰ ਅਸੀਂ ਡਿਸਟਰੋਏ ਕੀਤਾ ਹੈਗਾ, ਤੇ 500 ਜਿਹੜੀ ਬੋਟਲ ਹੈਗੀ ਆ ਉਹ ਸ਼ਰਾਬ ਦੀ ਮਿਲੀ ਹੈਗੀ ਹੈ, ਤੇ 2 ਅਸੀਂ ਬੰਦੇ ਰਾਉਂਡ ਅਪ ਕੀਤੇ ਹੈਗੇ ਤੇ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਤੇ ਅਸੀਂ ਉਹ ਪਰਚਾ ਦੇਣ ਲੱਗੇ ਉਹਦੇ। ਮਾਨਵਤਾ ਦੇ ਰਹਿਬਰ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਕਪੂਰਥਲਾ ਵਿੱਚ 22ਵਾਂ ਮਹਾਨ ਪੈਦਲ ਯਾਤਰਾ ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਅਤੇ ਯਾਤਰਾ ਦੇਰ ਰਾਤ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਾ ਕੇ ਸੰਪੰਨ ਹੋਏ। ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਸਦਕਾ ਬ੍ਰਾਂਚ ਬੁਲਾਡਾ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜ ਵਿਭਾਗ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 75 ਸ਼ਰਧਾਲੂਆਂ ਤੇ ਸੇਵਾਦਾਰਾਂ ਨੇ ਨਿਰਸਵਾਰਥ ਖੂਨਦਾਨ ਕੀਤਾ। ਖੂਨ ਇਕੱਠਾ ਕਰਨ ਲਈ ਬਲੱਡ ਬੈਂਕ ਮਾਨਸਾ ਦੀ ਟੀਮ ਪਹੁੰਚੀ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਤਿਕਾਰਯੋਗ ਸ਼੍ਰੀ ਰਾਮ ਕ੍ਰਿਸ਼ਨ ਸੰਮੀ ਖੇਤਰੀ ਸੰਚਾਲਕ ਮਾਨਸਾ ਨੇ ਕੀਤਾ। ਪਿਆਰ ਸੇ ਕਹਿਣਾ ਧੰਨਵਾਦ ਜੀ। ਸਾਡਾ ਮਿਸ਼ਨ ਜੀ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਕਰਦਾ ਆਇਆ ਹੈ। ਅੱਜ ਵੀ ਮਿਤੀ 30 ਅਕਤੂਬਰ 2022 ਨੂੰ ਇੱਥੇ ਨਿਰੰਕਾਰੀ ਭਵਨ ਦੇ ਉੱਤੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ। ਹਮੇਸ਼ਾ ਹੀ ਸਤਿਗੁਰੂ ਬਾਬਾ ਜੀ ਦਾ ਇਹੀ ਆਦੇਸ਼ ਰਿਹਾ ਹੈ ਕਿ ਖੂਨ ਹੈ ਜੋ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ ਵਗਣਾ ਚਾਹੀਦਾ। ਸੋ ਇਸੇ ਉਪਲਕਸ਼ ਦੇ ਵਿੱਚ ਇੱਥੇ ਨਿਰੰਕਾਰੀ ਭਵਨ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਤਾਂ ਕਿ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨ ਦੇ ਕੇ ਬਚਾਇਆ ਜਾ ਸਕੇ। ਅਤੇ ਮਿਸ਼ਨ ਦਾ ਇਹੀ ਉਪਲਕਸ਼ ਹੈ ਕਿ ਮਾਨਵ ਨੂੰ ਮਾਨਵ ਨਾਲ ਪਿਆਰ ਹੋਵੇ। ਇਸ ਪਿਆਰ ਨੂੰ ਵਧਾਉਣ ਦੇ ਲਈ ਅਗਰ ਅਸੀਂ ਮਾਨਵਤਾ ਦੀ ਸੇਵਾ ਕਰਾਂਗੇ ਤਾਂ ਇਹ ਬਹੁਤ ਵੱਡਾ ਉਪਰਾਲਾ ਹੋਵੇਗਾ। ਥੈਂਕ ਯੂ। ਇਹ ਜੋ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਆਦੇਸ਼ ਅਨੁਸਾਰ ਮਾਨਵਤਾ ਦੀ ਸੇਵਾ ਲਈ ਔਰ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦਾ ਜੋ ਇਹ ਵਾਕ ਹੈ ਕਿ ਜੋ ਇਨਸਾਨ ਦਾ ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ। ਇਹ ਲੜੀ ਜੋ ਹੈ 1986 ਤੋਂ ਸ਼ੁਰੂ ਹੋਈ ਔਰ ਹੁਣ ਹਰ ਵਰਸ਼ 24 ਅਪ੍ਰੈਲ ਨੂੰ ਜਿੱਥੇ ਪੂਰੇ ਵਿਸ਼ਵ ਵਿੱਚ ਇਹ ਖੂਨਦਾਨ ਕੈਂਪ ਲੱਗਦੇ ਹਨ ਉੱਥੇ ਅਨੇਕਾਂ ਸ਼ਹਿਰਾਂ ਵਿੱਚ ਸਾਰੇ ਸਾਲ ਹੀ ਇਹਨਾਂ ਦਾ ਆਯੋਜਨ ਹੁੰਦਾ ਹੈ। ਔਰ ਅੱਜ ਤੱਕ ਨਿਰੰਕਾਰੀ ਮਿਸ਼ਨ ਜੋ ਹੈ ਇਸ ਵਿੱਚ 14 ਲੱਖ ਤੋਂ ਵੱਧ ਖੂਨ ਯੂਨਿਟ ਡੋਨੇਟ ਕਰ ਚੁੱਕਿਆ ਹੈ। ਔਰ ਇਹ ਜੋ ਸਤਿਗੁਰੂ ਦਾ ਜੋ ਆਦੇਸ਼ ਹੈ ਇਹ ਸਿਰਫ ਇਸੇ ਆਦੇਸ਼ ਨੂੰ ਲੈ ਕੇ ਅੱਗੇ ਚੱਲਦੇ ਹਾਂ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਸ਼ਰੇਆਮ ਉਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮਾਮਲਾ ਜੰਡਿਆਲਾ ਦੇ ਗੁਰੂ ਨਜ਼ਦੀਕ ਮੱਲੀਆਂ ਪੈਟਰੋਲ ਪੰਪ ਦਾ ਸੀ ਤੇ ਲੁਟੇਰਿਆਂ ਵੱਲੋਂ 80,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅੱਜ ਰਾਤ 9:15 ਤੇ ਉਸ ਸਮੇਂ ਪੈਟਰੋਲ ਪੰਪ ਤੇ 2 ਲੁਟੇਰੇ ਜਲੰਧਰ ਸਾਈਡ ਤੋਂ ਮੋਟਰਸਾਈਕਲ ਤੇ ਲੁੱਟ ਦੀ ਨੀਅਤ ਨਾਲ ਕੈਸ਼ੀਅਰ ਕੋਲੋਂ ਪਿਸਤੌਲ ਦੀ ਨੋਕ ਤੇ ਪੈਸੇ ਖੋਹਣ ਲੱਗੇ ਸੀ ਕਿ ਪੈਟਰੋਲ ਪੰਪ ਅਤੇ ਹੋਰ ਗਾਹਕ ਉੱਥੇ ਆ ਗਏ ਅਤੇ ਗਾਰਡ ਨੇ ਇੱਕ ਨੂੰ ਗੋਲੀ ਮਾਰ ਦਿੱਤੀ ਅਤੇ ਦੂਜਾ ਫਰਾਰ ਹੋ ਗਿਆ। ਕੀ ਹੋਇਆ ਭਾਜੀ ਅੱਜ ਤੁਹਾਡੇ ਪੰਪ ਤੇ? ਭਾਈ ਸਾਡੇ ਪੰਪ ਤੇ ਅੱਜ ਨਾ ਇੱਧਰੋਂ ਟਾਂਗਰੇ ਵੱਲੋਂ ਆਏ 2 ਬੰਦੇ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਨੇ ਦੋਵਾਂ ਨੇ ਆਣ ਕੇ ਇੱਕ ਨੇ ਰਿਵਾਲਵਰ ਕੱਢ ਕੇ ਸਾਡਾ ਸੇਲਮੈਨ ਸੀ, ਸੇਲਮੈਨ ਦੇ ਆਣ ਕੇ ਤੇ ਕੰਮ ਤੇ ਰੱਖ ਲਿਆ ਤੇ ਮੁੜ ਕੇ ਆਣ ਕੇ ਆਂਦਾ ਵੀ ਮੈਂ ਗੋਲੀ ਮਾਰ ਦੇਣੀ ਹੋਰ ਦੇ ਦੇ ਪੈਸੇ। ਉਹਨਾਂ ਜਦੋਂ ਉਹਨੇ ਗਾਹਕ ਵੀ ਆ ਗਏ 2-4 ਤੇ ਗਾਹਕਾਂ ਤੋਂ ਉਹਨਾਂ ਨੇ ਪੈਸੇ ਖੋਲੇ ਆ। ਗਾਹਕਾਂ ਤੋਂ ਜਦੋਂ ਪੈਸੇ ਖੋਲੇ ਆ ਤੇ ਮੁੜ ਕੇ ਹੋਣ ਲੱਗੇ ਇੱਧਰ ਗਨਮੈਨ ਵਾਲੇ, ਜਦੋਂ ਗਨਮੈਨ ਵਾਲੇ ਹੋਣ ਲੱਗੇ ਆ ਤੇ ਮੁੜ ਕੇ ਗਨਮੈਨ ਨੇ ਗੋਲੀ ਚਲਾ ਦਿੱਤੀ। ਤੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਗਨਮੈਨ ਦੀ ਬੜੀ ਬਹਾਦਰੀ ਆ? ਉਹਨੇ ਇਸ ਚੀਜ਼ ਬਹੁਤ ਬਹਾਦਰੀ ਕੀਤੀ ਜੀ ਗਨਮੈਨ ਨੇ ਸਾਡੇ ਨੇ, ਬਹੁਤ ਸਾਰਿਆਂ ਨੂੰ ਬਚਾਇਆ ਉਹਨੇ। ਕੀ ਹੋ ਸਕਦਾ ਕਿ ਉਹੀ ਬੰਦੇ ਹੋਣ ਜਿਨ੍ਹਾਂ ਨੇ ਪਹਿਲਾਂ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ? ਸ਼ਾਇਦ ਭਾਜੀ ਹੋ ਵੀ ਸਕਦੇ ਆ, ਨਾ ਵੀ ਹੋ ਸਕਦੇ ਆ। ਹਾਂਜੀ ਪਰ ਤੁਸੀਂ ਇਹ ਸਮਝਦੇ ਹੋ ਕਿ ਅੱਜ ਤੁਹਾਡੇ ਜਿਹੜੇ ਗਨਮੈਨ ਨੇ ਬੜੀ ਬਹਾਦਰੀ ਵਾਲਾ ਕੰਮ ਕੀਤਾ? ਹਾਂਜੀ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਜੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੌਰਾਨ ਸ਼ਹੀਦ ਹੋਏ ਭਾਈ ਬੇਅੰਤ ਸਿੰਘ ਦੀ ਬਰਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਗੁਰਦੁਆਰਾ ਝੰਡੇ ਬੁੰਗੇ ਵਿੱਚ ਮਨਾਈ ਗਈ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਭੋਗ ਪਾਏ ਗਏ। ਇਸ ਉਪਰੰਤ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਕੁਰਬਾਨੀ ਕੀਰਤਨ ਵੀ ਕੀਤਾ ਗਿਆ। ਖਾਲਸਾ ਵਾਹਿਗੁਰੂ ਜੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਉਹ ਸਥਾਨ ਨੇ ਜਿੱਥੇ ਹਰ ਸਿੱਖ ਜਿਹੜਾ ਉਹ ਨਤਮਸਤਕ ਹੁੰਦਾ। 1984 ਦਾ ਉਹ ਸਮਾਂ ਜਦੋਂ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਾਡੇ ਗੋਲੀਆਂ ਮਾਰੀਆਂ ਗਈਆਂ, ਗੁਰੂ ਗ੍ਰੰਥ ਸਾਹਿਬ 'ਚ ਵੀ ਗੋਲੀਆਂ ਮਾਰੀਆਂ ਗਈਆਂ।
ਉਸ ਕਾਂਡ ਦਾ ਬਦਲਾ ਲੈਂਦਿਆਂ ਸਾਡੇ ਸੂਰਬੀਰ ਯੋਧੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਉਸ ਦੁਸ਼ਟ ਇੰਦਰਾ ਗਾਂਧੀ ਨੂੰ ਸੋਧਿਆ ਅਤੇ ਉਸ ਸ਼ਹੀਦੀ ਕਾਂਡ ਵਿੱਚ ਭਾਈ ਕੇਹਰ ਸਿੰਘ ਨੂੰ ਬਾਅਦ 'ਚ ਫਾਂਸੀ ਲੱਗੀ, ਭਾਈ ਸਤਵੰਤ ਸਿੰਘ ਨੂੰ ਬਾਅਦ 'ਚ ਫਾਂਸੀ ਲੱਗੀ। ਅੱਜ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਮੈਂ ਗੁਰੂ ਮਹਾਰਾਜ ਗਾੜੀ ਅਰਦਾਸ ਕਰਦਾ ਕਿ ਸਾਡੇ ਇਹਨਾਂ ਸੂਰਬੀਰ ਜਿਹੜੇ ਯੋਧੇ ਨੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ, ਸਿੱਖ ਕੌਮ ਇਹਨਾਂ ਦੇ ਸ਼ਹੀਦੀ ਦਿਹਾੜੇ ਇੱਦਾਂ ਹੀ ਮਨਾਉਂਦੀ ਰਹੇ ਅਤੇ ਕੌਮ 'ਚ ਏਕਤਾ ਇਤਫਾਕ ਜਿਹੜੇ ਉਹ ਕਾਇਮ ਹੋਵੇ, ਤਾਂ ਕਿ ਕੌਮ ਜਿਹੜੀ ਉਹ ਕੋਈ ਵੀ ਸੰਘਰਸ਼ ਜਿਹੜਾ ਉਹ ਏਕਤਾ ਇਤਫਾਕ ਨਾਲ ਜਿਹੜਾ ਉਹ ਰਾਹ ਬਣਾ ਕੇ ਕਾਮਯਾਬ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕਿ ਭਾਈ ਬੇਅੰਤ ਸਿੰਘ ਜੀ ਜਿਹੜੇ ਸਾਡੇ ਕੌਮ ਦੇ ਇੱਕ ਹੀਰੇ ਆ, ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸਮੂਹ ਸਾਧ ਸੰਗਤ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸੱਚੇ ਪਾਤਸ਼ਾਹ ਇਹੋ ਜਿਹੇ ਕੌਮ ਦੇ ਹੀਰੇ ਜਿਹੜੇ ਕੌਮ ਵਾਸਤੇ ਹਮੇਸ਼ਾ ਲੜਾਈ ਲੜਦੇ ਰਹੇ, ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਕੀਤੀ, ਆਪਣੇ ਢੱਠੇ ਹੋਏ ਅਕਾਲ ਤਖਤ ਸਾਹਿਬ ਦਾ, ਆਪਣੇ ਹਰਿਮੰਦਰ ਸਾਹਿਬ ਦਾ, ਜਿਹੜੀ ਕਿ ਹਕੂਮਤ ਜ਼ਾਲਮ ਸਰਕਾਰ ਜਦੋਂ ਹਿੰਦੁਸਤਾਨ ਦੀ ਸਰਕਾਰ ਚੜ੍ਹ ਕੇ ਆਈ ਤੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਸੰਤ ਜਰਨੈਲ ਸਿੰਘ ਦੇ ਯੋਧੇ ਬਹਾਦਰ ਯੋਧਿਆਂ ਨੇ, ਤੇ ਉਹਨਾਂ ਦੀ ਬਦਲਾ ਅਕਾਲ ਤਖਤ ਸਾਹਿਬ ਦਾ ਭਾਈ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਲਿਆ। ਅਸੀਂ ਆਪਣੀ ਕੌਮ ਦੇ ਇਤਿਹਾਸ ਨੂੰ ਕਦੀ ਭੁੱਲੇ ਨਹੀਂ, ਅਸੀਂ ਕਦੀ ਮੱਸਾ ਰੰਗੜ ਦਾ ਸੀਸ ਵੀ ਲਾਇਆ। ਜਿਸ ਨੇ ਵੀ ਸਾਡੇ ਅਕਾਲ ਤਖਤ ਸਾਹਿਬ ਵੱਲ, ਹਰਿਮੰਦਰ ਸਾਹਿਬ ਵੱਲ ਗਹਿਰੀ ਨਿਗਾਹ ਦੇ ਨਾਲ ਵੇਖਿਆ, ਉਸ ਨੇ ਸਾਡੇ ਤੇ ਚੜ੍ਹਾਈ ਕਰਕੇ ਆਇਆ। ਕਦੀ ਵੀ ਕੌਮ ਦੇ ਇਤਿਹਾਸ ਦੇ ਵਿੱਚ ਉਸ ਨੂੰ ਬਖਸ਼ਿਆ ਨਹੀਂ। ਅੱਗੇ ਤੋਂ ਵੀ ਜੇ ਕੋਈ ਇਹੋ ਜਿਹੀ ਗਲਤੀ ਕਰੂਗਾ ਉਹਨੂੰ ਵੀ ਕੌਮ ਕਦੀ ਮਾਫ ਨਹੀਂ ਕਰੂਗੀ। ਇਹ ਕੌਮ ਸੂਰਬੀਰ ਯੋਧਿਆਂ ਦੀ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਖਾਲਸਾ ਕਦੀ ਆਪਣੀ ਰਾਖੀ ਕਰਦਾ, ਹਮੇਸ਼ਾ ਆਪਣੇ ਕੌਮ ਦੇ ਵਾਸਤੇ ਹਮੇਸ਼ਾ ਜਾਨ ਤੋਂ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਭਾਈ ਬੇਅੰਤ ਸਿੰਘ ਦਾ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਕਿ ਉਹ ਪਹਿਲਾਂ ਮੂਵਮੈਂਟ ਦੇ ਵਿੱਚ ਰਿਹਾ, ਚਾਹੇ ਸੰਤ ਜਰਨੈਲ ਸਿੰਘ ਦੇ ਨਾਲ ਉਸ ਦੀ ਕੋਈ ਗੰਢ ਤੁੱਪ ਸੀ, ਪਰ ਨਹੀਂ, ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਸਾਜਿਆ, ਉਸ ਕੌਮ ਦੇ ਵਾਸਤੇ ਆਪਣੇ ਅਕਾਲ ਤਖਤ ਢੱਠੇ ਹੋਏ ਦਾ ਬਦਲਾ ਲੈਣ ਵਾਸਤੇ ਉਸ ਹਕੂਮਤ ਇੰਦਰਾ ਗਾਂਧੀ ਨੂੰ ਜਿਹੜਾ ਸਬਕ ਸਿਖਾਇਆ, ਉਹ ਉਸ ਬਹਾਦਰ ਯੋਧੇ ਨੂੰ ਹਮੇਸ਼ਾ ਹੀ ਕੌਮ ਯਾਦ ਕਰਦੀ ਰਹੂ। ਸੁਨਹਿਰੀ ਅੱਖਰਾਂ ਦੇ ਵਿੱਚ ਉਸ ਬਹਾਦਰ ਯੋਧੇ ਦਾ ਇਤਿਹਾਸ ਲਿਖਿਆ, ਉਸ ਦਾ ਨਾਮ ਹਮੇਸ਼ਾ ਚਮਕਦਾ ਰਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀਤਾ। ਸਾਰਿਆਂ ਨੇ ਸਰਵਣ ਕੀਤਾ। ਪਾਪੀ ਕੋ ਦੰਡ ਦੀ ਹੋਈ, ਧਰਮੀਆਂ ਦਾ ਜੈਕਾਰ ਹੋਇਆ। ਇਸ ਗੱਲ ਨੂੰ ਲੈ ਕੇ ਜਿਵੇਂ ਪਹਿਲਾਂ ਵੀ ਰਦਾਸੀਏ ਸਿੰਘਾਂ ਨੇ ਤੇ ਸਾਡੇ ਸਕੱਤਰ ਸਾਹਿਬ ਨੇ ਆਪ ਜੀ ਨਾਲ ਵਿਚਾਰ ਦੀ ਸਾਂਝ ਪਾਈ ਆ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਬਹੁਤ ਮਹਾਨ ਹੈ। ਇਹ ਗੱਲ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਜਿਹੜਾ ਆਪਣੇ ਗੁਰੂ ਦੀ ਤੇ ਗੁਰੂ ਧਾਮਾਂ ਦੀ ਕਿੰਨੀ ਕੁ ਸਤਿਕਾਰ ਕਰਦਾ, ਤੇ ਉਸ ਦੇ ਲਈ ਗੁਰ ਕੀ ਨਿੰਦਾ ਸੁਨਣਾ ਕਾਨ, ਭੇਟ ਕਰੇ ਸੰਗ ਕਿਰਪਾਨ। ਸੋ ਬਹੁਤ ਸਤਿਕਾਰਯੋਗ, ਸਨਮਾਨਯੋਗ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਕੌਮ ਦੀ ਲੱਥੀ ਪੱਗ ਸਿਰ 'ਤੇ ਰੱਖੀ, ਭਾਈ ਬੇਅੰਤ ਸਿੰਘ ਜੀ ਸ਼ਹੀਦ, ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਅੱਜ ਝੰਡੇ ਬੁੰਗੇ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ, ਉਹਨਾਂ ਵੱਲੋਂ ਅੱਜ ਸਮਾਗਮ ਆਯੋਜਿਤ ਕੀਤਾ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਯਾਦ ਕੀਤਾ ਗਿਆ ਸਿੰਘਾਂ ਨੂੰ। ਐਸੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਤਿਹਾਸ ਨੂੰ ਜਿਉਂਦਾ ਰੱਖਿਆ। ਅੱਜ ਇਹ ਜਿਹੜਾ ਬਿਰਤਾਂਤ ਹੈ, ਇਹ ਜਿਉਂਦੇ ਇਤਿਹਾਸ ਦੀ ਗੱਲ ਹੈ, ਇਹ ਕੋਈ ਪੁਰਾਣੀਆਂ ਗੱਲਾਂ ਨਹੀਂ ਹੈ, ਇਹ ਤਾਂ ਹੁਣ ਦੀ ਗੱਲ ਹੈ। ਸੋ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਿੱਖ ਜਿਹੜਾ ਵਾ ਉਹ ਆਪਣੇ ਗੁਰੂ ਤੇ ਆਪਣੇ ਗੁਰਧਾਮਾਂ ਦੇ ਵਾਸਤੇ ਹਮੇਸ਼ਾ ਆਪਣਾ ਆਪਾ ਸਮਰਪਣ ਕਰਦਾ, ਤੇ ਜਿਹੜਾ ਦੋਖੀ ਆ ਉਹਨੂੰ ਦੰਡ ਦਿੰਦਾ। ਤੇ ਇਸ ਗੱਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਰੇਜ ਨਹੀਂ ਹੈਗੀ ਕਿ ਜਿਹੜੇ ਸਿੰਘਾਂ ਨੇ ਸ਼ਹਾਦਤ ਦਿੱਤੀ ਆ ਤੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਇਹ ਮੈਂ ਸਮਝਦੇ ਹਾਂ ਕਿ ਸਾਡੇ ਲਈ ਕੌਮ ਲਈ ਮਾਣ ਵਾਲੀ ਗੱਲ ਹੈ। ਸੋ ਜਿਵੇਂ ਮੱਸੇ ਰੰਗੜ ਦਾ ਜਾਂ ਅਬਦਾਲੀ ਦਾ ਪਿਛਲਾ ਇਤਿਹਾਸ ਇਸ ਗੱਲ ਦਾ ਗਵਾਹ ਹੈ, ਉਸੇ ਤਰ੍ਹਾਂ ਹੀ ਸਿੰਘਾਂ ਨੇ ਇਸ ਇਤਿਹਾਸ ਨੂੰ ਜਿਉਂਦਾ ਰੱਖਿਆ। ਅਸੀਂ ਸਾਰੀ ਸਮੁੱਚੀ ਕੌਮ ਉਹਨਾਂ ਸ਼ਹੀਦਾਂ ਨੂੰ, ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਆਏ ਹਾਂ।
ਅੱਜ ਦੇ ਦਿਨ ਤੇ ਇਹਨਾਂ ਤੋਂ ਸੇਧ ਲੈ ਕੇ, ਸ਼ਹੀਦਾਂ ਸਿੰਘਾਂ ਤੋਂ ਸੇਧ ਲੈ ਕੇ, ਜਿੱਥੇ ਅਸੀਂ ਆਪਣੇ ਗੁਰੂ ਲਈ, ਆਪਣੇ ਗੁਰਧਾਮਾਂ ਲਈ ਅਤੇ ਅਰਦਾਸ ਕੀਤੀ ਗਈ ਆ, ਏਕਤਾ, ਇਤਫਾਕ, ਪ੍ਰੇਮ, ਪਿਆਰ, ਸਾਰੇ ਜਿਵੇਂ ਕਹਿੰਦੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਪਲੇਟਫਾਰਮ ਤੇ ਬੈਠ ਕੇ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਇਕਸੁਰ ਹੋਈਏ। ਇਹੋ ਹੀ ਅੱਜ ਦਾ ਜਿਹੜਾ ਸ਼ਹੀਦਾਂ ਦਾ ਸੁਨੇਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੰਮ੍ਰਿਤਸਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇੱਕ ਵਿਅਕਤੀ ਦਾ ਰੋਸ ਪ੍ਰਦਰਸ਼ਨ ਕਰਨ ਦਾ ਅਨੋਖਾ ਮਾਮਲਾ ਵੇਖਣ ਨੂੰ ਮਿਲਿਆ, ਜਿੱਥੇ ਇਹ ਵਿਅਕਤੀ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਅਤੇ ਉਹ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਨੇ ਆਪਣੇ ਗਲੇ ਵਿੱਚ ਬੈਨਰ ਪਾ ਕੇ ਆਪਣਾ ਖੁਦ ਦਾ ਮੂੰਹ ਕਾਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੜਾ ਹੋ ਗਿਆ, ਜਿਸ ਦੇ ਨਾਲ ਪੱਤਰਕਾਰ ਨੇ ਗੱਲਬਾਤ ਕੀਤੀ। ਆਖਰਕਾਰ ਇਹ ਮਾਮਲਾ ਹੈ ਕੀ, ਤੁਸੀਂ ਖੁਦ ਸੁਣੋ। ਤੇ ਸਿੱਖੀ ਦੀ ਖਾਤਰ ਤੁਸੀਂ ਮੂੰਹ ਕਾਲਾ ਕਰਕੇ ਇੱਥੇ ਪਹੁੰਚੇ ਹੋ ਵੀਰੇ। ਇਹਦੇ ਵਿੱਚ ਜਿਹੜੇ ਬੇਅਦਬੀਆਂ ਹੋ ਰਹੀਆਂ ਮਹਾਰਾਜ ਦੀਆਂ, ਉਹ ਰੁਕ ਜਾਣਗੇ ਜਦੋਂ ਸਿੱਖ ਤੁਹਾਨੂੰ ਲਾਂਤਾਂ ਨਹੀਂ ਪੈਣਗੀਆਂ, ਤੁਹਾਨੂੰ ਦੇਸ਼ ਆਪ ਦੇਸ਼ਾਂ ਜੋ ਜਿਹੜਾ ਵਾ ਕੋਈ ਲੋਕੀ ਛਾਵਾ ਦੇਣਗੇ ਕਿ ਲਾਂਤਾਂ ਪਾਣਗੇ। ਦੇਖੋ ਕਈ ਵਾਰੀ ਕਿਸੇ ਦੇ ਕਰਮਾਂ ਵਿੱਚ ਸ਼ਾਇਦ ਇਹ ਗੱਲ ਤੁਹਾਡੇ 'ਚ ਹਜੇ ਨਹੀਂ ਸਮਝ ਆਉਣੀ, ਕਿਉਂਕਿ ਭਾਈ ਬਿਧੀ ਚੰਦ ਜੀ ਨੇ ਕਿਹਾ ਸੀਗਾ। ਸੰਗਤ ਨੂੰ ਸਮਝ ਨਹੀਂ ਆਉਂਦੀ, ਬਿਲਕੁਲ ਆਉਣੀ ਵੀ ਨਹੀਂ। ਜਦੋਂ ਇਹ ਵੀ ਇੱਕ ਇਸ਼ਕ ਦਾ ਖੇਡ ਆ। ਭਾਈ ਬਿਧੀ ਚੰਦ ਜੀ ਨੇ ਕੀ ਕਿਹਾ ਸੀ, ਠੀਕ ਆ? ਉਹ ਕਹਿੰਦੇ ਬੱਜੇ ਇਸ਼ਕ ਦੇ ਕਦੇ ਵੀ ਨਹੀਂ ਛੁੱਟਦੇ, ਕੈਦੀ ਛੁੱਟ ਜਾਂਦੇ ਜੇਲ੍ਹ ਖਾਨਿਆਂ ਦੇ, ਕਈ ਸੁੱਕ ਜਾਂਦੇ, ਕਈ ਮੁੱਕ ਜਾਂਦੇ, ਮਾਰ ਲੈਂਦੇ ਨੇ ਲੋਕ ਨਾਲ ਤਾਨੇ। ਸ਼ੇਰਾਸ਼ਾਰੀ ਕਰਨਾ ਕੁਝ ਨਹੀਂ ਹੋਣਾ, ਤੁਸੀਂ ਗੁਰਸਿੱਖ ਹੋ, ਆਪਣਾ ਮੂੰਹ ਕਾਲਾ ਕਰਕੇ ਕੀ ਸਾਬਤ ਵੀਰੇ ਇਹ ਵੀ ਕੋਈ ਪ੍ਰੀਤ ਕਹਾਣੀ ਹੈ ਪਰਮਾਤਮਾ ਦੇ ਨਾਲ। ਪ੍ਰੀਤ ਸ਼੍ਰੀ ਅਕਾਲ ਤਖਤ ਸਾਹਿਬ ਤੁਸੀਂ ਖੜੇ, ਜੇ ਕੋਈ ਗਲਤੀ ਹੋਈ ਆ ਤੁਸੀਂ ਸਿੰਘ ਸਾਹਿਬ ਕੋ ਪੇਸ਼ ਹੋਵੋ, ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵੋ। ਤਾਂ ਹੁਣ ਸਿੰਘ ਸਾਹਿਬ ਮੈਨੂੰ ਸਜ਼ਾ ਦੇ ਹੀ ਦੇਣਗੇ, ਉਹਨਾਂ ਨੂੰ ਪਤਾ ਹੀ ਹੈ ਸਿੱਖ ਮੂੰਹ ਕਾਲਾ ਕਰਕੇ ਯਾਰ। ਉਹ ਸਿੰਘ ਸਾਹਿਬ ਵੀ ਜਾਣਨਾ ਚਾਹਣਗੇ ਵੀ, ਪਰ ਜਿਹੜੇ ਇੰਨੇ ਸਿੰਘ ਆ ਉਹਨਾਂ ਨੂੰ। ਦੋਸਤੋ ਅਸੀਂ ਅੱਜ ਦੀਆਂ ਖਬਰਾਂ ਕੱਲ੍ਹ ਫੇਰ ਮਿਲਾਂਗੇ। ਦੋਸਤੋ ਇਸ ਨਾਲ ਅੱਜ ਦੀਆਂ ਖਬਰਾਂ ਕੱਲ੍ਹ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦਿਓ। ਰੱਬ ਰਾਖਾ।